ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅਸੀਂ ਅੱਜ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ। ਸਾਡੇ ਗੁਆਂਢੀ ਮੁਲਕ ਅਮਰੀਕਾ ਦੇ ਵਿੱਚ ਸੱਤਾ ਤਬਦੀਲੀ ਹੋ ਰਹੀ ਆ। 20 ਤਰੀਕ ਨੂੰ ਇਨੈਗੋਰਲ ਡੇ ਆ। ਇਨੈਗੋਰੇਸ਼ਨ ਡੇ ਦੇ ਉੱਤੇ ਸਹੁੰ ਚੱਕੀ ਜਾਣੀ ਆ। ਜੋ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਬਣ ਜਾਣੇ ਆ। ਰਾਸ਼ਟਰਪਤੀ ਟਰੰਪ ਵੋਟਾਂ ਦੇ ਵਿੱਚ ਹਾਰ ਚੁੱਕੇ ਆ, ਪਰ ਉਹਦੇ ਤੋਂ ਬਾਅਦ ਇਹ ਬਹੁਤ ਘਟਨਾਵਾਂ ਉੱਥੇ ਵਾਪਰੀਆਂ। ਕੈਪੀਟਲ ਹਿੱਲ ਦੇ ਉੱਤੇ ਹਮਲਾ ਹੁੰਦਾ, ਉਹਦੇ ਤੋਂ ਬਾਅਦ ਹੁਣ ਇੱਕ ਪ੍ਰੋਸੈਸ ਚੱਲਦਾ ਜਿਹਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਇੰਪੀਚ ਕੀਤਾ ਜਾ ਰਿਹਾ। ਉਹਨਾਂ ਦੇ ਉੱਤੇ ਮਹਾਦੋਸ਼ ਲਾਇਆ ਜਾ ਰਿਹਾ। ਦੂਜੀ ਵਾਰੀ ਇਹ ਮਹਾਦੋਸ਼ ਉਹਨਾਂ ਦੇ ਉੱਤੇ ਵਿੱਚ ਆ ਰਿਹਾ। ਤੀਜੇ ਰਾਸ਼ਟਰਪਤੀ ਨੇ ਅਮਰੀਕਾ ਦੇ ਅੱਜ ਤੱਕ ਦੇ ਇਤਿਹਾਸ ਵਿੱਚ, ਅਤੇ ਪਹਿਲੇ ਰਾਸ਼ਟਰਪਤੀ ਨੇ ਜਿਹਨਾਂ ਨੂੰ ਦੂਜੀ ਵਾਰੀ ਇੰਪੀਚ ਕੀਤਾ ਜਾ ਰਿਹਾ। ਇਹਦੇ ਨਾਲ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ ਸਾਡੇ ਕੋਲ। ਬਹੁਤ ਵਾਰੀ ਇਹਦੀਆਂ ਬਹੁਤੀਆਂ ਗੱਲਾਂ ਬਾਤਾਂ ਹੋ ਚੁੱਕੀਆਂ ਵੀ ਇਹ ਪ੍ਰੋਸੈਸ ਹੁਣ ਕੀ ਹੋਊਗਾ। ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਉਹਨਾਂ ਨੂੰ ਇਸ ਗੱਲ ਦੀ ਸਹਿਮਤੀ ਕਰਤੀ ਕਿ ਹਾਂਜੀ ਜੀ ਇੰਪੀਚ ਕੀਤਾ ਜਾਣਾ ਚਾਹੀਦਾ। ਇਹਦੇ ਤੋਂ ਬਾਅਦ ਮੁੱਦਾ ਸੈਨੇਟ ਦੇ ਵਿੱਚ ਜਾਣਾ। ਸੈਨੇਟ ਦੇ ਵਿੱਚ ਬਹੁਮਤ ਚਾਹੀਦਾ, ਜਿਹੜੀਆਂ 67% ਇੱਕ ਪਾਸੇ ਚਾਹੀਦੇ ਆ, ਫਿਰ ਜਾ ਕੇ ਇੰਪੀਚ ਕੀਤਾ ਜਾਂਦਾ। ਹੁਣ ਸੈਨੇਟ ਦੇ ਵਿੱਚ ਕੀ ਪੋਜੀਸ਼ਨ ਆ, ਸੈਨੇਟ ਦੇ ਵਿੱਚ ਹੁੰਦਾ ਕੀ ਆ। ਦੂਜੇ ਪਾਸੇ ਮਸਲਾ ਇਹ ਆ ਕਿ ਜੋ ਬਾਈਡਨ ਦੇ ਸਾਹਮਣੇ ਦੋ ਮਾਮਲੇ ਨੇ। ਇੱਕ ਤਾਂ ਉਹਨਾਂ ਨੇ ਆਪਣੀ ਕੈਬਨਿਟ ਵੀ ਨੋਮੀਨੇਟ ਕਰਨੀ ਹੈ, ਚੁਣਨੀ, ਉਹ ਵੀ ਇੱਕ ਪ੍ਰੋਸੈਸ ਆ ਜਿਹਦੇ 'ਚੋਂ ਪਹਿਲਾਂ ਹੀ ਲੇਟ ਆ। ਦੂਜਾ ਇਹ ਆ ਕਿ ਹੁਣ ਉਹ ਸਿੱਧਾ ਜੇ ਦੂਜੇ ਸ਼ਬਦਾਂ 'ਚ ਕਿਹਾ ਜਾਵੇ ਵੀ ਉਹ ਆਪਣਾ ਬਦਲਾ ਲੈਂਦੇ ਆ, ਪਹਿਲਾਂ ਟਰੰਪ ਨੂੰ ਮਹਾਦੋਸ਼ ਲਾਉਣ ਦਾ, ਇੰਪੀਚ ਕਰਨ ਦਾ, ਜਾਂ ਉਹ ਆਪਣੀ ਕੈਬਨਿਟ ਵੱਲ ਧਿਆਨ ਦਿੰਦੇ ਆ। ਅਗਲੀ ਗੱਲ, ਦਿਨ ਬਹੁਤ ਥੋੜ੍ਹੇ ਆ। ਜੇ ਅੱਜ ਤੋਂ ਲਾ ਲਓ ਤਾਂ 5 ਕੁ ਦਿਨ ਰਹਿ ਗਏ ਰਾਸ਼ਟਰਪਤੀ ਦੇ। ਹੋ ਸਕਦਾ ਇੱਕ ਅੱਧਾ ਦਿਨ ਪਹਿਲਾਂ ਹੀ ਉਹ ਆਪਣੇ ਚਲੇ ਜਾਣ ਇੱਥੋਂ। ਆਪਣਾ ਜਿਹੜਾ ਉਹਨਾਂ ਦਾ ਰਿਜ਼ੋਰਟ ਆ ਉੱਥੇ ਜਿੱਥੇ ਜਾਣ ਦਾ ਉਹਨਾਂ ਨੇ ਫੈਸਲਾ ਕੀਤਾ ਆ, ਉੱਥੇ ਉਹ ਚਲੇ ਜਾਣ। ਫਿਰ ਕੀ ਹੋਊਗਾ? ਕੀ ਉਹਨਾਂ ਨੂੰ ਅਹੁਦਾ ਛੱਡਣ ਤੋਂ ਬਾਅਦ ਇਹ ਇੰਪੀਚਮੈਂਟ ਦਾ ਪ੍ਰੋਸੈਸ ਚੱਲੂਗਾ? ਕੀ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਵਿੱਚ ਇੱਦਾਂ ਹੋਊਗਾ? ਦੂਜੀ ਗੱਲ, ਰਾਸ਼ਟਰਪਤੀ ਦੀ ਇੱਕ ਹੋਰ ਇੱਛਾ ਆ ਰਾਸ਼ਟਰਪਤੀ ਟਰੰਪ ਦੀ ਕਿ ਉਹ 2024 ਦੇ ਵਿੱਚ ਚੋਣਾਂ ਲੜਨੀਆਂ ਚਾਹੁੰਦੇ ਰਾਸ਼ਟਰਪਤੀ ਬਣਨ ਦੇ ਲਈ। ਜੇ ਹੁਣ ਇਹ ਮਹਾਦੋਸ਼ ਚੱਲਦਾ ਆ, ਅੱਗੇ ਪ੍ਰੋਸੈਸ ਪੂਰਾ ਹੋ ਜਾਂਦਾ, ਕੀ ਫਿਰ ਉਹ ਦੁਬਾਰਾ ਵੋਟਾਂ ਦੇ ਵਿੱਚ ਨਹੀਂ ਖੜੇ ਹੋ ਸਕਦੇ ਜਾਂ ਕੋਈ ਵੀ ਵੱਡਾ ਅਹੁਦਾ ਅਮਰੀਕਾ ਦੇ ਵਿੱਚ ਨਹੀਂ ਲੈ ਸਕਦੇ? ਇਹ ਇੱਕ ਆਟੋਮੈਟਿਕਲੀ ਹੈ ਜਾਂ ਇਸ ਪ੍ਰੋਸੈਸ ਦਾ ਵੀ ਕੁਛ ਹਿੱਸਾ ਆ? ਖਬਰਾਂ ਇਹ ਵੀ ਆ ਰਹੀਆਂ ਕਿ ਨਿਊਯਾਰਕ ਦੇ ਵਿੱਚ, ਮਾਫੀ ਚਾਹੁੰਦਾ, ਵਾਸ਼ਿੰਗਟਨ ਦੇ ਵਿੱਚ ਇਸ ਵੇਲੇ ਜਿਹੜੇ ਨੈਸ਼ਨਲ ਗਾਰਡ ਆ ਤੈਨਾਤ ਕੀਤੇ ਗਏ ਆ, ਔਰ 20,000 ਨੇ ਉਹਨਾਂ ਦੀ ਗਿਣਤੀ। ਪਹਿਲਾਂ 15 ਸੀ, 5 ਅੱਜ ਸ਼ਾਇਦ ਹੋਰ ਉੱਥੇ ਡਿਪਲੋਏ ਕੀਤੇ ਆ। 20,000 ਉਹਨਾਂ ਦੀ ਗਿਣਤੀ ਹੋ ਗਈ ਆ। ਇਹ ਜੇਕਰ ਇਹ ਐਡਾ ਵੱਡਾ ਜਿਹੜਾ ਨੰਬਰ ਆ, ਇਹ ਪਹਿਲਾਂ ਕਦੇ ਨਹੀਂ ਹੋਇਆ। 9/11 ਵੇਲੇ ਵੀ ਉੱਥੇ ਨੈਸ਼ਨਲ ਗਾਰਡ ਸੀਗੇ। ਉਹਦੇ ਤੋਂ ਪਹਿਲਾਂ ਮਾਰਟਨ ਲੂਥਰ ਕਿੰਗ ਦੇ ਅਸੈਸੀਨੇਸ਼ਨ ਵੇਲੇ ਵੀ ਉੱਥੇ ਨੈਸ਼ਨਲ ਗਾਰਡ ਸੀ। ਪਰ ਇਹ ਐਡੀ ਗਿਣਤੀ ਦੇ ਵਿੱਚ ਦੱਸਦੇ ਆ ਕਿ ਅਮਰੀਕਾ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਇੱਦਾਂ ਨਹੀਂ ਵਾਪਰਿਆ ਕਿ 20,000 ਉੱਥੇ ਇੱਕ ਇਕੱਲੇ ਵਾਸ਼ਿੰਗਟਨ ਦੇ ਵਿੱਚ ਨੈਸ਼ਨਲ ਗਾਰਡ ਹੋਣ। ਦੂਜੀ ਗੱਲ, FBI ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਵੀ ਆਉਂਦੀ ਆ ਜਿਹਦੇ ਵਿੱਚ ਉਹ ਦੱਸਦੇ ਆ ਕਿ ਜੇ ਰਾਸ਼ਟਰਪਤੀ ਟਰੰਪ ਦੀ ਇਹ ਇੰਪੀਚਮੈਂਟ ਦਾ ਪ੍ਰੋਸੈਸ ਅੱਗੇ ਚੱਲਦਾ ਆ ਤਾਂ ਦੇਸ਼ ਦੇ ਵਿੱਚ ਜਿਹੜਾ ਡੈਮੋਸਟ੍ਰੇਸ਼ਨ ਆ, ਆਰਮਡ ਡੈਮੋਸਟ੍ਰੇਸ਼ਨ, ਜਿਹੜੇ ਹਥਿਆਰਬੰਦ ਮੁਜ਼ਾਹਰੇ ਹੋ ਸਕਦੇ ਅਮਰੀਕਾ ਦੇ ਵਿੱਚ 16 ਤੋਂ 20 ਜਨਵਰੀ ਦੇ ਵਿੱਚ ਉਹ ਕਹਿੰਦੇ ਹੋਣਗੇ। ਪਰ ਜੇ ਉਹ ਇੰਪੀਚਮੈਂਟ ਦਾ ਪ੍ਰੋਸੈਸ ਅੱਗੇ ਵੱਧਦਾ ਤਾਂ ਹੋਰ ਲੋਕ ਜਿਹੜੇ ਆ ਭੜਕ ਸਕਦੇ ਆ। ਰਾਸ਼ਟਰਪਤੀ ਵੀ ਇਹ ਗੱਲ ਕਹਿ ਚੁੱਕੇ ਆ ਵੀ ਇਹ ਗੱਲ ਬਿਲਕੁਲ ਗਲਤ ਆ ਜਿਹੜਾ ਮੇਰੀ ਇੰਪੀਚਮੈਂਟ ਬਾਰੇ ਕੀਤੀ ਜਾ ਰਹੀ ਆ, ਅਤੇ ਇਹਦੇ ਨਾਲ ਗੁੱਸਾ ਭੜਕ ਸਕਦਾ। ਪਹਿਲੀ ਵਾਰ ਇਹ ਹੋਇਆ ਕਿ ਰਾਸ਼ਟਰਪਤੀ ਦੇ ਫੇਸਬੁੱਕ, ਟਵਿੱਟਰ ਅਕਾਊਂਟ ਬੰਦ ਕਰਨੇ ਪਏ। ਰਾਸ਼ਟਰਪਤੀ ਜਿਹਦੇ ਉੱਤੇ ਦੇਸ਼ ਦੀ ਜ਼ਿੰਮੇਵਾਰੀ ਹੁੰਦੀ ਆ, ਉਹਨੇ ਦੇਸ਼ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਆ, ਅਤੇ ਇਹ ਕੰਪਨੀਆਂ ਇਸ ਕਰਕੇ ਖਾਤੇ ਬੰਦ ਕਰ ਰਹੀਆਂ ਵੀ ਰਾਸ਼ਟਰਪਤੀ ਲੋਕਾਂ ਨੂੰ ਭੜਕਾ ਰਿਹਾ। ਇਹ ਵੀ ਦਿਨ ਅਮਰੀਕਾ ਦੇ ਵਿੱਚ ਆਉਣੇ ਸੀ ਜਾਂ ਇਸ ਤਰ੍ਹਾਂ ਵੀ ਅਮਰੀਕਾ ਨੇ ਦੇਖਣਾ ਸੀ। ਦੂਜੇ ਪਾਸੇ ਚਾਹੇ ਉਹ ਵੋਟਾਂ ਦੇ ਵਿੱਚ ਰੌਲੇ ਗੋਲੇ ਦੀ ਗੱਲ ਹੋਵੇ, ਕਿਤੇ ਨਾ ਕਿਤੇ ਪੋਲਰਾਈਜੇਸ਼ਨ ਵੀ ਹੋਈ ਆ ਇਸ ਪਿਛਲੇ ਸਮੇਂ ਦੇ ਵਿੱਚ। ਜਿਹੜੇ ਤਾਂ ਟਰੰਪ ਸਮਰਥਕ ਨੇ ਉਹ ਤਾਂ ਕਹਿ ਰਹੇ ਸੀ ਕਿ ਰਾਸ਼ਟਰਪਤੀ ਟਰੰਪ ਬਿਲਕੁਲ ਸਹੀ ਸੀ। ਜਿੱਥੇ ਜਿੱਥੇ ਉਹਨੇ ਸਖਤ ਫੈਸਲੇ ਲਏ ਉਹ ਲਏ ਜਾਣੇ ਚਾਹੀਦੇ ਸੀ। ਅਮਰੀਕਾ ਨੇ ਬਹੁਤ ਦੁਨੀਆ ਦਾ ਭਲਾ ਕਰ ਲਿਆ, ਬਹੁਤ ਕੁਛ ਕਰ ਲਿਆ, ਆਪਣੀ ਬਰਬਾਦੀ ਕਰ ਲਈ। ਜਿਹੜਾ ਲੋਕਾਂ ਦਾ ਟੈਕਸ ਪੇਅਰ ਦਾ ਪੈਸਾ ਆ, ਜਿਹੜਾ ਉਹਨਾਂ ਨੇ ਇੱਕ ਇੱਕ ਕਰਕੇ ਦੇ ਰਹੇ ਆ ਸਰਕਾਰ ਨੂੰ, ਉਹ ਤੁਸੀਂ ਪੂਰੀ ਦੁਨੀਆ ਦੇ ਭਲੇ ਲਈ ਲਾਈ ਜਾਂਦੇ ਆ ਕਿ ਨਹੀਂ। ਅਮਰੀਕਾ ਫਸਟ। ਸਾਡਾ ਸੋਚੋ ਹੁਣ, ਪਹਿਲਾਂ ਆਪਣੇ ਆਪ ਬਾਰੇ ਸੋਚੋ ਵੀ ਇੰਨੇ ਦੇਸ਼ ਜਿਹੜੇ ਵੱਡੇ ਵੱਡੇ ਆ ਉਹ ਇਹਦੇ ਉੱਤੇ ਹਮਲੇ ਕਰ ਰਹੇ ਆ। ਹਮਲੇ ਇਨ ਦਾ ਸੈਂਸ ਕਿ ਇਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਆ, ਅਤੇ ਇਹ ਰਾਸ਼ਟਰਪਤੀ ਟਰੰਪ ਹੀ ਸੀ ਜਿਹੜੇ ਇਹਨੂੰ ਬਚਾ ਸਕਦੇ ਸੀ। ਉਹਨਾਂ ਨੇ ਵੱਡੇ ਪੱਧਰ 'ਤੇ ਸਪੋਰਟ ਵੀ ਕੀਤੀ। ਪਰ ਦੂਜਾ ਪਾਸਾ ਇਹ ਸੀ ਜਿਹੜਾ ਇਹ ਕਹਿ ਰਿਹਾ ਸੀ ਕਿ ਨਹੀਂ, ਇਸ ਵੇਲੇ ਲੋਕਾਂ ਨੂੰ ਦੋ ਧੜਿਆਂ 'ਚ ਵੰਡ ਦਿੱਤਾ।
ਕਿ ਧੜੇਬੰਦੀ ਖੜੀ ਕਰਤੀ ਪੂਰੀ ਦੀ ਪੂਰੀ ਦੇਸ਼ ਦੇ ਵਿੱਚ। ਇੱਕ ਪਾਸੇ ਉਹ ਜਿਹੜੇ ਹੈਗੇ ਆ ਸਿਆਹ ਰੰਗ ਦੇ ਲੋਕ ਤੇ ਦੂਜੇ ਪਾਸੇ ਦੂਜੇ, ਕਿ ਇਹ ਹੁਣ ਅਸਲ ਦੇ ਵਿੱਚ ਉਹਨਾਂ ਦਾ ਆਪਸ ਦੇ ਵਿੱਚ ਟਕਰਾਅ ਸਿੱਧਾ ਹੋਇਆ ਤੇ ਜਿਹਦਾ ਨਤੀਜਾ ਪਿਛਲੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਵਿਰੋਧ ਹੋਏ ਆ, ਚਾਹੇ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਸੀ, ਤੇ ਦੂਜਾ ਪਾਸਾ ਜਿਹੜਾ ਹੁਣ ਅਸੀਂ ਕੈਪੀਟਲ ਹਿੱਲ ਤੇ ਬਿਲਡਿੰਗ ਵੇਲੇ ਦੇਖਿਆ। ਸਵਾਲ ਇਹ ਵੀ ਪੈਦਾ ਹੋ ਰਿਹਾ, ਲੋਕ ਇਹ ਵੀ ਸਵਾਲ ਕਰ ਰਹੇ ਆ ਕਿ ਪੁਲਿਸ ਨੇ ਜੇ ਇਸ ਤਰ੍ਹਾਂ ਦਾ ਵਿਵਹਾਰ ਉਹਨਾਂ ਦੇ ਨਾਲ ਕੀਤਾ, ਜੇ ਦੂਜੇ ਲੋਕ ਹੁੰਦੇ ਕੀ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਕੀਤਾ ਜਾਂਦਾ? ਮਤਲਬ ਕਿਤੇ ਨਾ ਕਿਤੇ ਟਕਰਾਅ ਦਾ ਮਾਮਲਾ ਆ ਕਿ ਇਹ ਆਪਸ ਦੇ ਵਿੱਚ ਟਕਰਾ ਰਹੇ ਆ ਇਸ ਵੇਲੇ। ਹੁਣ ਇਸ ਵੇਲੇ ਅਮਰੀਕਾ ਦੇ ਵਿੱਚ ਕੀ ਸਥਿਤੀ ਆ? 20 ਤਰੀਕ ਸੁੱਖ ਸੰਧੀ ਆ ਜਾਂਦੀ ਆ ਤੇ ਸੁੱਖੀ ਸੰਧੀ ਲੰਘ ਜਾਂਦੀ ਆ, ਜਾਂ ਕੁਛ ਹੋ ਸਕਦਾ ਇਹਦੇ ਉੱਤੇ ਇਕੱਲੇ ਅਮਰੀਕਾ ਜਾਂ ਅਸੀਂ ਜਿਹੜੇ ਕੈਨੇਡਾ 'ਚ ਬੈਠੇ ਇਸ ਵੇਲੇ ਗੱਲਬਾਤ ਕਰ ਰਹੇ ਹਾਂ, ਸਾਡੀ ਨਹੀਂ, ਪੂਰੀ ਦੁਨੀਆ ਦੀ ਨਜ਼ਰ ਉੱਥੇ ਲੱਗੀ ਆ। ਤੇ ਰਾਸ਼ਟਰਪਤੀ ਟਰੰਪ ਜਿਹੜੇ ਕਿ ਇਸ ਤਰੀਕੇ ਦੇ ਨਾਲ ਵੀ ਰਾਸ਼ਟਰਪਤੀ ਭਵਨ ਵਿੱਚੋਂ ਜਾਣਗੇ, ਜਾਂ ਉਹਨਾਂ ਨੂੰ ਇਸ ਤਰ੍ਹਾਂ ਖੱਜਲ ਖੁਆਰ ਕਰਕੇ ਭੇਜਿਆ ਜਾ ਸਕਦਾ। ਗੱਲ ਤਾਂ ਬੜੀ ਸਿੱਧੀ ਵੀ ਹੋ ਸਕਦੀ ਹੈ ਵੀ ਹੁਣ ਦਿਨ 5 ਰਹਿੰਦੇ ਆ, ਐਡਾ ਉਹ ਕੁਛ ਨਹੀਂ ਇਹਦੇ 'ਚ ਕਰ ਸਕਦੇ, ਉਹ ਚਲੇ ਜਾਣ ਤੇ ਗੱਲ ਖਤਮ ਹੋ ਜਾਵੇ। ਪਰ ਇਹ ਵੀ ਇੱਕ ਇਤਿਹਾਸ ਸਿਰਜਿਆ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਅੱਜ ਦੋਸਤੋ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਅਸੀਂ ਦੋ ਸ਼ਖਸੀਅਤਾਂ ਨੂੰ ਆਪਣੇ ਨਾਲ ਜੋੜਿਆ, ਉਹਨਾਂ ਨੂੰ ਬੇਨਤੀ ਕੀਤੀ ਹੈ, ਉਹਨਾਂ ਨੇ ਸਾਡੇ ਲਈ ਸਮਾਂ ਕੱਢਿਆ। ਆਰਪੋਲ ਢਿੱਲੋਂ ਸਾਡੇ ਸਰੀ ਤੋਂ ਪੱਤਰਕਾਰ ਨੇ, ਤੁਸੀਂ ਸਾਰੇ ਜਾਣਦੇ ਹੋ। ਯਾਦਵਿੰਦਰ ਸਿੰਘ ਹੋਣੀ ਨਿਊਯਾਰਕ ਤੋਂ, ਚੈਨਲ ਪੰਜਾਬੀ 'ਤੇ ਤੁਸੀਂ ਉਹਨਾਂ ਨੂੰ ਗਲੋਬਲ ਪੰਜਾਬ 'ਤੇ ਅਕਸਰ ਦੇਖਦੇ ਹਾਂ। ਬੜੀ ਤੇਜ਼ ਇੱਕ ਰਾਜਨੀਤਿਕ ਨਜ਼ਰ ਰੱਖਦੇ ਨੇ, ਉੱਥੇ ਦੀ ਰਾਜਨੀਤੀ ਦੇ ਉੱਤੇ ਅਵੇਅਰ ਨੇ, ਪੜ੍ਹ ਲਿਖਣ ਵਾਲੇ ਬੰਦੇ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹ ਇਸ ਸਾਰੇ ਮਾਮਲੇ ਦੇ ਉੱਤੇ ਉਹਨਾਂ ਦੀ ਜਿਹੜੀ ਮਾਹਿਰਾਨਾ ਰਾਏ, ਟਿੱਪਣੀ, ਉਹਨਾਂ ਦਾ ਨਜ਼ਰੀਆ ਕੀ ਹੈ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਯਾਦਵਿੰਦਰ ਸਿੰਘ ਜੀ, ਆਰਪੋਲ ਢਿੱਲੋਂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਥੈਂਕ ਯੂ ਜਸਕਰਨ ਜੀ, ਔਰ ਫਰੰਟ ਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ। ਜਿਵੇਂ ਕਿ ਤੁਸੀਂ ਦੱਸਿਆ ਹੀ ਹੈ ਕਿ ਜਿਹੜਾ ਸਾਰੀ ਦੁਨੀਆ ਦੀ ਜਿਹੜੀ ਨਜ਼ਰਾਂ ਨੇ ਉਹ ਇਸ ਵਕਤ ਜਿਹੜੀ US ਕੈਪੀਟਲ ਆ ਵਾਸ਼ਿੰਗਟਨ ਤੇ ਲੱਗੀਆਂ ਹੋਈਆਂ ਨੇ, ਕਿਉਂਕਿ ਜਿੱਡਾ ਵੱਡਾ ਹਲਚਲ ਪਿਛਲੇ ਦਿਨਾਂ ਦੇ ਵਿੱਚ ਉੱਥੇ ਹੋਇਆ ਆ, ਇਹ ਪਹਿਲਾਂ ਹਿਸਟਰੀ ਦੇ ਵਿੱਚ ਕਿਤੇ ਨਹੀਂ ਆਇਆ। ਬੇਸ਼ੱਕ ਥੋੜੀ ਜੇ ਅਸੀਂ ਬੈਕਗਰਾਊਂਡ ਵੱਲ ਜਾਈਏ ਤਾਂ ਜਿਹੜਾ ਇਹ ਚੌਥੇ ਪ੍ਰੈਜ਼ੀਡੈਂਟ ਹੋਣਗੇ ਜਿਹੜੇ ਕਿ ਇੰਪੀਚ ਹੋਏ ਨੇ। ਜਿਹੜੀ ਇਹ ਇੰਪੀਚਮੈਂਟ ਦਾ ਪ੍ਰੋਸੈਸ ਆ ਇਹ ਬਹੁਤ ਪੁਰਾਣਾ ਆ, ਜਿੰਨੀ ਕਿ ਡੈਮੋਕ੍ਰੇਸੀ ਹੈਗੀ ਆ ਇੱਥੋਂ ਦੀ ਪੁਰਾਣੀ, ਉਹਨਾਂ ਉਹ ਤੋਂ ਲਾਗੇ ਛਾਗੇ ਹੀ ਆ। ਜਿਹੜੇ ਪਹਿਲੇ ਪ੍ਰੈਜ਼ੀਡੈਂਟ ਇੰਪੀਚ ਹੋਏ ਸੀ ਉਹ 1868 ਦੇ ਵਿੱਚ ਹੋਏ ਸੀ, ਐਂਡਰਿਊ ਜੌਨਸਨ, ਜਿਹੜੇ ਕਿ ਜਦੋਂ ਇਬਰਾਹਿਮ ਲਿੰਕਨ ਦਾ ਅਸੈਸੀਨੇਸ਼ਨ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਬਣੇ ਸੀਗੇ, ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸੀਗੇ ਉਹ। ਸੋ ਉਸ ਤੋਂ ਬਾਅਦ ਜਿਹੜਾ ਬੜਾ ਵਾਟਰਗੇਟ ਇੱਕ ਬੜਾ ਮਸ਼ਹੂਰ ਵਾਕਿਆ ਹੋਇਆ ਇਸ ਦੇਸ਼ ਦੇ ਵਿੱਚ ਨਿਕਸਨ ਦੀ ਐਡਮਿਨਿਸਟ੍ਰੇਸ਼ਨ ਵੇਲੇ। ਸੋ ਨਿਕਸਨ ਨੂੰ ਅਪੀਚ ਕੀਤਾ ਗਿਆ 1968 ਦੇ ਵਿੱਚ, ਪਰ ਉਹਨਾਂ ਨੇ ਜਿਹੜੇ ਉਹਨਾਂ ਦੇ ਚਾਰਜਸ ਸੀਗੇ ਉਹ ਜੇ ਸੈਨੇਟ ਵਿੱਚ ਜਾਣੇ ਸੀ ਉਹ ਪਹਿਲੇ ਹੀ ਰਿਜ਼ਾਈਨ ਕਰ ਗਏ ਸੀਗੇ। ਉਸ ਤੋਂ ਬਾਅਦ ਫਿਰ ਬਿਲ ਕਲਿੰਟਨ, ਮੋਨਿਕਾ ਲੈਵਿੰਸਕੀ, ਐਵਰੀਬਾਡੀ ਨੋਜ਼ ਇਟ। ਸੋ ਉਹਨਾਂ ਦੇ ਉੱਤੇ ਚਾਰਜਸ, ਉਹਨਾਂ ਨੂੰ ਇੰਪੀਚ ਕੀਤਾ ਗਿਆ US ਕਾਂਗਰਸ ਵੱਲੋਂ, ਹਾਊਸ ਆਫ ਰੈਪਰੈਜ਼ੈਂਟੇਟਿਵ ਵੱਲੋਂ, ਔਰ ਉਹਨਾਂ ਨੂੰ ਪਰ ਜਿਹੜਾ ਸੈਨੇਟ ਸੀਗਾ ਕਿਉਂਕਿ ਉਦੋਂ ਡੈਮੋਕ੍ਰੇਟਸ ਕੋਲੇ ਸੀਗਾ, ਸੋ ਉਹਨਾਂ ਦੀ ਜਿਹੜੀ ਉਹ ਇੰਪੀਚਮੈਂਟ ਹੋਈ ਪਰ ਉਹਨਾਂ ਨੂੰ ਆਫਿਸ ਤੋਂ ਬਾਹਰ ਨਹੀਂ ਕੀਤਾ ਜਾ ਸਕਿਆ। ਹੁਣ ਆਉਂਦੀ ਆ ਜਿਹੜੀ ਕਰੰਟ ਸਿਚੁਏਸ਼ਨ ਆ ਜਿਹਦੇ ਵਿੱਚ ਮਿਸਟਰ ਟਰੰਪ ਨੇ, ਇਹਨਾਂ ਨੂੰ ਇੱਕ ਵਾਰੀ ਪਹਿਲਾਂ ਇੰਪੀਚਮੈਂਟ ਹੋ ਚੁੱਕੀ ਆ, ਜਿਵੇਂ ਤੁਸੀਂ ਆਪਣੀ ਗੱਲਬਾਤ ਵਿੱਚ ਦੱਸਿਆ ਹੀ ਆ। ਉਹ ਹੋਇਆ ਸੈਪਟੈਂਬਰ ਦੇ ਵਿੱਚ ਪਿਛਲੇ ਸਾਲ 2019 ਦੇ ਵਿੱਚ ਇਹਨਾਂ ਨੂੰ ਇੰਪੀਚ ਕੀਤਾ ਗਿਆ ਸੀਗਾ ਹਾਊਸ ਆਫ ਰੈਪਰੈਜ਼ੈਂਟੇਟਿਵ ਵੱਲੋਂ। ਜਿਹੜਾ ਯੂਕਰੇਨ ਦਾ ਮਸਲਾ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਯੂਕਰੇਨ ਨੂੰ 400 ਮਿਲੀਅਨ ਦੀ ਜਿਹੜੀ ਸਹਾਇਤਾ ਦੇਣੀ ਸੀਗੀ US ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਰਸ਼ੀਆ ਦੇ ਅਗੇਂਸਟ, ਉਹ ਉਹਨਾਂ ਨੇ ਹੋਲਡ ਕਰ ਲਈ ਸੀਗੀ। ਉਹ ਕਹਿੰਦੇ ਸੀਗੇ ਪਹਿਲਾਂ ਤੁਸੀਂ ਜਿਹੜੇ ਹੰਟਰ ਬਾਈਡਨ ਆ, ਜਿਹੜੇ ਕਿ ਜੋ ਬਾਈਡਨ ਦੇ ਬੇਟੇ ਨੇ, ਉਹਨਾਂ ਦੇ ਖਿਲਾਫ ਤੁਸੀਂ ਜਿਹੜੇ ਚਾਰਜਸ ਨੇ ਉਹ ਪ੍ਰੈਸ ਕਰੋ, ਜਿਹੜੀ ਉਹਨਾਂ ਨੇ ਉੱਥੇ ਕੋਈ ਬੋਰਡ ਦੇ ਉੱਪਰ ਸਰਵ ਕੀਤਾ ਸੀਗਾ, ਔਰ ਉਹਨਾਂ ਨੂੰ ਸੀਗਾ ਕਿ ਉਹਨਾਂ ਨੇ ਕਾਈਂਡ ਆਫ ਬ੍ਰਾਈਬ ਪੇਸ਼ ਜਿਹੜੀ ਹੈਗੀ ਆ ਉਹ ਦਿੱਤੀ ਆ। ਸੋ ਉਹ ਗੱਲ ਬਾਹਰ ਜਦੋਂ ਪਬਲਿਕ ਹੋਈ, ਦੁਨੀਆ ਦੇ ਸਾਹਮਣੇ ਆਈ, ਤਾਂ ਜਿਹੜਾ ਹਾਊਸ ਆਫ ਰੈਪਰੈਜ਼ੈਂਟੇਟਿਵ ਵਿਚ ਇਜ਼ ਕੰਟਰੋਲਡ ਬਾਏ ਜਿਹੜੇ ਡੈਮੋਕ੍ਰੇਟ ਨੇ, ਉਹਨਾਂ ਨੇ ਉਹਨਾਂ ਦੇ ਇੰਪੀਚਮੈਂਟ ਦੇ ਜਿਹੜੇ ਚਾਰਜਸ ਲਾਏ। ਹੁਣ ਜਿਹੜੀ ਹਾਊਸ ਆਫ ਰੈਪਰੈਜ਼ੈਂਟੇਟਿਵ ਆ ਉਹ ਇੱਕ ਜਿਵੇਂ ਪ੍ਰੋਸੀਕਿਊਟਰ ਆ, ਇਹਦਾ ਉਹ ਰੋਲ ਆ। ਉਹਨਾਂ ਨੇ ਸਿਰਫ ਜਿਹੜੇ ਚਾਰਜਸ ਬਰੌਟ ਅਪ ਕਰਨੇ ਨੇ, ਪਰ ਜਿਹੜੇ ਐਕਚੁਅਲੀ ਜਿਹੜੇ ਉਹਦੇ ਦੋਸ਼ ਸਾਬਤ ਕਰਨੇ ਨੇ, ਜਿਹੜਾ ਟ੍ਰਾਇਲ ਹੋਣਾ ਆ ਉਹ ਸੈਨੇਟ ਦੇ ਵਿੱਚ ਜਾ ਕੇ ਹੋਣਾ ਆ। ਸੋ ਜਿਹੜੇ ਸੈਨੇਟ ਦੇ ਵਿੱਚ ਹਾਊਸ ਆਫ ਰੈਪਰੈਜ਼ੈਂਟੇਟਿਵ ਨੇ ਜਿਹੜੇ ਉਹ ਚਾਰਜਸ ਸੀ ਜਦੋਂ ਸੈਨੇਟ ਵਿੱਚ ਲੈ ਕੇ ਗਏ ਉਹਨਾਂ ਦੇ ਜਿਹੜੇ ਐਡਮਿਨਿਸਟ੍ਰੇਟਰ ਸੀਗੇ, ਤਾਂ ਉਹਨਾਂ ਨੇ ਜਿਹੜੇ
ਪੂਰੇ 2-3 ਦਿਨ ਚੱਲਿਆ, ਉਹਨਾਂ ਦੇ ਉੱਤੇ ਚਾਰजेस ਬਕਾਇਦਾ ਫਰੇਮ ਕੀਤੇ ਗਏ। ਪਰ ਜਦੋਂ ਉਹਦੀ ਫਾਈਨਲ ਵੋਟ ਹੋਈ ਤਾਂ ਕਿਉਂਕਿ ਜਿਹੜਾ ਇਟ ਵਾਸ ਕੰਟਰੋਲਡ ਬਾਏ ਰਿਪਬਲਿਕਨ ਜਿਹੜੇ ਸੈਨੇਟਰ ਸੀਗੇ, ਉਹਨਾਂ ਦੀ ਜਿਹੜੀ ਉਹ ਵੋਟ ਸੀਗੀ ਜਿਹੜੀ ਕਿ 2/3 ਮੈਜੋਰਿਟੀ ਚਾਹੀਦੀ ਆ, ਉਹ ਡੈਮੋਕ੍ਰੇਟਸ ਕੋਲ ਨਹੀਂ ਸੀਗੀ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਇੰਪੀਚਮੈਂਟ ਆ ਉਹ ਨਹੀਂ ਹੋਈ। ਸੋ ਪਰ ਹਾਊਸ ਆਫ ਰੈਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਇੰਪੀਚ ਕਰਤਾ ਸੀ। ਉਹ ਸਿਮਿਲਰ ਸਿਚੁਏਸ਼ਨ ਹੁਣ ਹੈਗੀ ਆ। ਹੁਣ ਵੀ ਹਾਊਸ ਆਫ ਰੈਪਰੈਜ਼ੈਂਟੇਟਿਵ ਜਿਹੜਾ ਕਿ ਡੈਮੋਕ੍ਰੇਟਿਕ ਕੰਟਰੋਲਡ ਆ, ਉਹਨਾਂ ਨੇ ਉਹ ਚਾਰजेस ਲੈ ਕੇ ਆਂਦੇ ਨੇ ਇਸ ਵਾਰੀ। ਉਹ ਚਾਰजेस ਨੇ ਜਿਹੜੇ ਦੇਸ਼ ਧਰੋਹੀ ਦੇ ਨੇ, ਜਿਹੜੇ ਕਿ ਉਹਨਾਂ ਨੇ ਇਨਸਾਈਟ ਕੀਤਾ ਆ ਜਿਹੜੇ ਆਪਣੇ ਸਮਰਥਕਾਂ ਨੂੰ ਕਿ ਜਿਸ ਦਿਨ 6 ਜਨਵਰੀ ਨੂੰ ਜਦੋਂ ਕਿ ਜਿਹੜਾ ਪ੍ਰੈਜ਼ੀਡੈਂਟ ਇਲੈਕਟ ਬਾਈਡਨ ਨੇ ਉਹਨਾਂ ਦੀ ਸਰਟੀਫਿਕੇਸ਼ਨ ਹੋਣੀ ਸੀ ਯੂਐਸ ਕਾਂਗਰਸ ਦੇ ਵਿੱਚ, ਪਰ ਮਿਸਟਰ ਟਰੰਪ ਨੇ ਕਿਹਾ ਕਿ ਤੁਸੀਂ ਉਹ ਜਿਹੜੀ ਸਰਟੀਫਿਕੇਸ਼ਨ ਹੈ ਜਾ ਕੇ ਰੋਕੋ। ਉਹਨਾਂ ਨੇ ਜਿਹੜੀ ਇਸ ਕਾਂਗਰਸ ਦੇ ਸੈਸ਼ਨ ਨੂੰ ਵਾਈਸ ਪ੍ਰੈਜ਼ੀਡੈਂਟ ਚੇਅਰ ਕਰਦੇ ਨੇ ਮਿਸਟਰ ਪੈਂਸ, ਉਹਨਾਂ ਨੇ ਮਿਸਟਰ ਪੈਂਸ ਨੂੰ ਵੀ ਕਿਹਾ ਤੁਸੀਂ ਜਿਹੜਾ ਆ ਉਹਨਾਂ ਨੂੰ ਡਿਕਲਾਈਨ ਕਰੋ ਇਹ ਗੱਲ ਕਿ ਤੁਸੀਂ ਉਹਨਾਂ ਨੂੰ ਸਰਟੀਫਾਈ ਨਾ ਕਰੋ। ਪਰ ਜਿਹੜੇ ਮਿਸਟਰ ਪੈਂਸ ਸੀਗੇ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ, ਔਰ ਉਸ ਤੋਂ ਉਹਨਾਂ ਨੇ ਫਿਰ ਆਪਣੇ ਜਿਹੜੇ ਸਪੋਰਟਰ ਸੀ ਉਹਨਾਂ ਨੂੰ ਇਨਸਾਈਟ ਕੀਤਾ ਕਿ ਤੁਸੀਂ ਜਾ ਕੇ ਕੈਪੀਟਲ ਹਿੱਲ ਆ ਜਿਹੜਾ ਉੱਤੇ ਅਟੈਕ ਕਰੋ, ਉਹ ਤੂੰ ਘੇਰੋ ਜਾ ਕੇ, ਇਹ ਜਿਹੜੀ ਸਰਟੀਫਿਕੇਸ਼ਨ ਨਾ ਹੋਣ ਦਿਓ। ਔਰ ਉਹਦਾ ਜਿਹੜਾ ਨਤੀਜਾ ਆ ਸਾਰਾ ਹੁਣ ਉਹ ਆਪਣੇ ਸਾਰੇ ਸਾਹਮਣੇ ਆ ਕਿ ਉਹਨਾਂ ਨੂੰ ਦੁਬਾਰਾ ਇੰਪੀਚਮੈਂਟ ਕੀਤਾ ਜਾ ਰਿਹਾ ਆ। ਔਰ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਨੇ ਉੱਥੇ ਜਾ ਕੇ ਭੁੰਨ ਤੋੜ ਕੀਤੀ ਆ ਜਾਂ ਉੱਥੇ ਬਿਨਾਂ ਜਿਹੜਾ ਹੈਗਾ ਆ ਆਗਿਆ ਤੋਂ ਅੰਦਰ ਗਏ ਨੇ ਗਲਤ ਤਰੀਕੇ ਨਾਲ, ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਆ ਸੈਂਕੜਿਆਂ ਦੇ ਵਿੱਚ। ਔਰ ਜਿਹੜੀ ਉੱਥੇ ਇਸ ਸਾਰੇ ਇਨਸੀਡੈਂਟ ਦੇ ਵਿੱਚ ਤਕਰੀਬਨ ਇੱਕ ਪੁਲਿਸ ਵਾਲਾ ਜਿਹੜਾ ਸੀਗਾ ਉਹਦੀ ਡੈਥ ਹੋ ਗਈ, ਔਰ 4 ਜਿਹੜੇ ਪ੍ਰੋਟੈਸਟਰ ਆ ਉਹਨਾਂ ਦੀ ਡੈਥ ਹੋਈ ਆ। ਉੱਥੇ ਮਤਲਬ ਫਾਇਰਿੰਗ ਵੀ ਹੋਈ, ਤੋੜ ਭੰਨ ਹੋਈ। ਉਹ ਇੱਕ ਕਿਸਮ ਦਾ ਮਤਲਬ ਜਿਹੜੀ ਲਾਅਲੈਸਨੈਸ ਆ, ਉਹ ਜਿਵੇਂ ਕਿ ਅਸੀਂ ਆਮ ਬਾਕੀ ਦੇਸ਼ਾਂ ਦੇ ਵਿੱਚ ਦੇਖਦੇ ਹਾਂ ਕੂ ਹੁੰਦੇ ਨੇ ਜਿਹੜੇ ਦੇਸ਼ ਦੇ ਵਿੱਚ ਅੰਦਰੋਂ ਜਿਹੜੇ ਕੂ ਉੱਠਦੇ ਨੇ, ਉਸ ਕਿਸਮ ਦੀ ਜਿਹੜੀ ਸਿਚੁਏਸ਼ਨ ਆ ਉਹ ਉਦੋਂ ਪੈਦਾ ਹੋਈ। ਪਰ ਹੁਣ ਜਿਹੜੀ ਸਿਚੁਏਸ਼ਨ ਆ ਉਹ ਇਹ ਆ ਕਿ ਉੱਥੇ ਜਿਵੇਂ ਤੁਸੀਂ ਦੱਸਿਆ ਤਕਰੀਬਨ 15-20 ਹਜ਼ਾਰ ਦੇ ਕਰੀਬ ਜਿਹੜੇ ਲੋਕ ਨੇ ਉੱਥੇ ਆਪਣੇ ਜਿਹੜੇ ਸਿਕਿਉਰਿਟੀ ਫੋਰਸਿਸ ਨੇ, ਮਿਲਟਰੀ ਆ, ਉਹ ਉੱਥੇ ਤਾਇਨਾਤ ਆ। ਇੱਕ ਖਬਰ ਦੇ ਮੁਤਾਬਕ ਜਿੰਨੇ ਹੁਣ ਅਮਰੀਕਾ ਨੇ ਬਾਹਰ ਇਰਾਨ ਦੇ ਵਿੱਚ, ਇਰਾਕ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਜਾਂ ਹੋਰ ਕੰਟਰੀਆਂ 'ਚ ਡਿਪਲੋਏ ਕੀਤੇ ਹੋਏ ਨੇ, ਤਕਰੀਬਨ ਸੇਮ ਨੰਬਰ ਆਫ ਪੀਪਲ ਆਰ ਡਿਪਲੋਇਡ ਇਨ ਵਾਸ਼ਿੰਗਟਨ DC ਟੂ ਮੇਕ ਸ਼ੋਰ ਕਿ ਜਿਹੜੀ ਇਨੋਗ੍ਰੇਸ਼ਨ ਆ ਪ੍ਰੈਜ਼ੀਡੈਂਟ ਬਾਈਡਨ ਦੀ ਉਹਦੇ ਵਿੱਚ ਕੋਈ ਡਿਸਟਰਬੈਂਸ ਨਾ ਹੋਵੇ। ਉਹ ਜਿਹੜੇ ਲੋਕ ਨੇ ਉਹ ਦੁਬਾਰਾ ਆ ਕੇ ਕਿਸੇ ਇਨਸਟੀਗੇਸ਼ਨ ਦੇ ਥਰੂ ਮੁੜ ਕੇ ਇਸ ਕਿਸਮ ਦਾ ਜਿਹੜਾ ਕੋਈ ਮਾਹੌਲ ਨਾ ਪੈਦਾ ਕਰ ਦੇਣ, ਜਿਹਦੇ ਨਾਲ ਕਿ ਜਿੰਨੀ ਅੱਗੇ ਬਹੁਤ ਬੇਇੱਜ਼ਤੀ ਹੋਈ ਆ US ਦੀ ਇਸ ਸਾਰੇ ਮਾਮਲੇ ਦੇ ਵਿੱਚ, ਇਹ ਦੁਬਾਰੇ ਨਾ ਹੋਵੇ। ਹਾਂਜੀ ਜਿਸ ਕਰਕੇ ਜੀ ਪੌਲ ਜੀ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਦੁਨੀਆ ਇੱਕ ਰੋਲ ਮਾਡਲ ਮੰਨਦੀ ਹੈ ਅਮਰੀਕਾ ਨੂੰ ਕਿ ਇਦਾਂ ਦਾ ਹੋਣਾ ਚਾਹੀਦਾ, ਔਰ ਜੋ ਇਸ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਐਕਸਪੈਕਟਡ ਸੀ, ਜਾਂ ਅਮਰੀਕਾ ਦਾ ਕੋਈ ਇਹਦੇ ਨਾਲ ਜਿਹੜਾ ਇਮੇਜ ਹੈ ਉਹ ਕਿੰਨਾ ਕੁ ਖਰਾਬ ਹੋਇਆ? ਕੀ ਲੱਗਦਾ ਇਹ ਜੋ ਕੁਝ ਵਾਪਰਿਆ ਜੀ? ਮੇਰੇ ਖਿਆਲ ਵੀ ਬਹੁਤ ਡੈਮੇਜ ਹੋਇਆ ਅਮਰੀਕਾ ਨੂੰ। ਇਹ ਐਕਸਪੈਕਟਡ ਸੀਗਾ ਕਿਉਂਕਿ ਜਿਸ ਤਰ੍ਹਾਂ ਟਰੰਪ ਅਨਹਿੰਜ ਤਰ੍ਹਾਂ ਦਾ ਥੋੜਾ ਜਿਹਾ ਦਿਮਾਗ ਉਹਦਾ ਖਰਾਬ ਜਿਹਾ ਹੈਗਾ, ਉਹ ਇੱਕ ਤਰ੍ਹਾਂ ਦਾ ਪ੍ਰੈਜ਼ੀਡੈਂਟ ਨਹੀਂ ਰਿਹਾ, ਕਿਉਂਕਿ ਪ੍ਰੈਜ਼ੀਡੈਂਟ ਦਾ ਰੋਲ ਬਹੁਤ ਹਾਈ ਲੈਵਲ ਤੇ ਹੁੰਦਾ। ਉਹ ਇੱਕ ਆਮ ਬੰਦਾ ਨਹੀਂ ਹੁੰਦਾ ਜਿੱਦਾਂ ਐਵੇਂ ਕਿਸੇ ਤਰ੍ਹਾਂ ਆ ਗਿਆ ਵਾਈਟ ਹਾਊਸ ਦੇ ਅੰਦਰ, ਤੇ ਇੱਕ ਤਰ੍ਹਾਂ ਦਾ ਜਿੱਦਾਂ TV ਸ਼ੋਅ ਤੇ ਹੁੰਦਾ ਸੀ ਪਹਿਲਾਂ ਰੇਟਿੰਗਸ ਤੇ ਵੀ ਬਹੁਤ ਪਾਪੂਲਰ ਇਸ ਤਰ੍ਹਾਂ ਉਹਨੇ ਪ੍ਰੈਜ਼ੀਡੈਂਸੀ ਨਿਭਾਈ ਵੀ ਜਿਸ ਤਰ੍ਹਾਂ ਨਹੀਂ ਵੀ ਕੋਈ TV ਸ਼ੋਅ ਹੁੰਦਾ ਆ ਤੇ ਉਹਦੇ ਲਈ ਆਪਣੇ ਟਵਿੱਟਰ ਤੇ ਰੇਟਿੰਗ ਉੱਤੇ ਪਾ ਕੇ ਆਪਣੇ ਬਿਆਨ ਤੇ ਲੋਕਾਂ ਨੂੰ ਭੜਕਾਉਣਾ, ਤੇ ਸੋ ਇੱਕ ਤਰ੍ਹਾਂ ਦਾ ਇਹ ਐਕਸਪੈਕਟਡ ਸੀ। ਆਈ ਥਿੰਕ ਅਮਰੀਕਾ ਦਾ ਬਹੁਤ ਲੈਵਲ ਲੋ ਹੋਇਆ, ਬਾਕੀ ਕੰਟਰੀਆਂ ਹੱਸ ਰਹੀਆਂ ਨੇ ਆਬਵੀਅਸਲੀ, ਤੇ ਜੋ ਕੈਪੀਟਲ ਹਿਲ ਤੇ ਹੋਇਆ ਉਹ ਤਾਂ ਇੱਕ ਤਰ੍ਹਾਂ ਦੇ ਤੁਸੀਂ ਦੇਖਦੇ ਆ ਥਰਡ ਵਰਲਡ ਕੰਟਰੀਜ਼ ਵਿੱਚ ਜਿੱਥੇ ਕਿ ਆਪੋਜੀਸ਼ਨ ਫੋਰਸਿਸ ਦਾ ਜਿਹੜੇ ਡਿਕਟੇਟਰ ਹੁੰਦੇ ਆ ਉਹ ਇਲੈਕਸ਼ਨ ਜਿੱਤ ਜਾਂਦੇ ਜਾਂ ਦੂਸਰੀਆਂ ਫੋਰਸ ਆ ਕੇ ਅਟੈਕ ਕਰਦੇ ਨੇ। ਤਾਂ ਇੱਕ ਤਰ੍ਹਾਂ ਦਾ ਇੱਥੇ ਇਸ ਤਰ੍ਹਾਂ ਦਾ ਚੀਜ਼ ਅਮਰੀਕਾ 'ਚ ਅਨਐਕਸਪੈਕਟਡ, ਸਪੈਸ਼ਲੀ ਹੁਣ ਦੇ ਟਾਈਮ ਦੇ ਵਿੱਚ, ਕਿਉਂਕਿ ਅਮਰੀਕਾ ਪਾਸਟ ਹੈਗਾ ਬਿਫੋਰ ਸਿਵਲ ਵਾਰ ਵਾਂਗੂ ਵੀ ਇਹਨਾਂ ਨੇ ਲੜਾਈਆਂ ਕੀਤੀਆਂ, ਹੋਰ ਵੀ ਕੁਛ ਕੀਤਾ, ਪਰ ਇਹ ਆਈ ਥਿੰਕ ਬਹੁਤ ਅਮਰੀਕਾ ਬੇਇੱਜ਼ਤੀ ਹੋਈ ਹੈ। ਤੇ ਆਈ ਥਿੰਕ ਹੁਣ ਜਿਹੜਾ ਮਾਹੌਲ ਚੱਲ ਰਿਹਾ ਆ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਵੀ ਜੇ ਟਰੰਪ ਥੋੜਾ ਜਿਹਾ ਹੋਰ ਸੁਣੂਗਾ ਜਿਹੜੇ ਚੰਗੇ ਬੰਦੇ ਆ, ਕਿਉਂਕਿ ਜੇ ਹੋਰ ਅਟੈਕਸ ਦਾ ਜਿਹੜੀ ਹੁਣ ਸੈਟਰਡੇ ਤੋਂ ਜਿਹੜੇ ਪ੍ਰੋਟੈਸਟ ਪਲਾਨਡ ਹੈਗੇ ਨੇ, ਆਰਮ ਪ੍ਰੋਟੈਸਟ ਜੋ ਹੁੰਦੇ ਆ ਤੇ ਜੋ ਆਊਟ ਆਫ ਲਾਈਨ ਜਾਂਦੇ ਆ ਤੇ ਉਹ
ਟਰੰਪ ਨੂੰ ਕਰਨਗੇ, ਕਰਕੇ ਤੁਸੀਂ ਦੇਖਿਆ ਹੋਣਾ ਵੀ ਸੈਕੰਡ ਇੰਪੀਚਮੈਂਟ ਵਿੱਚ ਵੀ ਹੁਣ ਕਈ ਰਿਪਬਲਿਕਨ ਜਿਹੜੇ ਸੈਂਟਰਿਸਟ ਰਿਪਬਲਿਕਨ ਨੇ ਉਹ ਨਾਲ ਜੁੜੇ ਨੇ ਡੈਮੋਕ੍ਰੈਟ ਦੇ ਵੀ, ਉਹਨਾਂ ਨੇ ਵੀ ਵੀ ਇਹਨੇ ਜੋ ਕੀਤਾ ਰੌਂਗ ਕੀਤਾ, ਜਿਹੜਾ ਕੈਪੀਟਲ ਟੈਕਸ ਹੋਏ ਨੇ। ਸੋ ਜੇ ਹੁਣ ਹੋਰ ਡੈਮੇਜ ਗਾਂ ਹੁੰਦਾ ਇਹਦੇ ਬੰਦੇ ਜੋ ਕਰਦੇ ਨੇ, ਉਹਦਾ ਸਾਰਾ ਡੈਮੇਜ ਟਰੰਪ ਤੇ ਹੋਊਗਾ, ਤੇ ਫਿਰ ਮੇਰੇ ਖਿਆਲ ਵੀ ਗੁੱਡ ਹੈਗੇ ਨੇ ਇੰਪੀਚ ਕਰਨ ਦੇ, ਕਿਉਂਕਿ ਰਿਪਬਲਿਕਨ ਵੀ ਜ਼ਿਆਦਾ ਚਾਹੁੰਦੇ ਨੇ ਵੀ ਇਹ ਪਾਰਟੀ ਚੋਂ ਕੱਢਿਆ ਜਾਵੇ, ਇਹ ਅੱਗੇ ਤੋਂ ਨਾ ਵੀ ਪ੍ਰੈਜ਼ੀਡੈਂਟ ਇਲੈਕਸ਼ਨ ਲੜ ਸਕੇ, ਕਿਉਂਕਿ ਜੇ ਪੂਰਾ ਇੰਪੀਚ ਹੁੰਦਾ ਆ ਫਿਰ ਇਹ ਗਾਂ ਲੜ ਨਹੀਂ ਸਕਦਾ। ਤੇ ਪੌਲ ਢਿੱਲੋਂ ਜੀ, ਤੁਹਾਨੂੰ ਕੀ ਲੱਗਦਾ ਇਹ ਪਿਛਲੇ ਸਮੇਂ ਦੇ ਵਿੱਚ ਇੱਕ ਜਿਹੜੀ ਇਹ ਧਿਰ ਸੀ ਜਿਹੜੀ ਕਹਿੰਦੀ ਸੀ ਵੀ ਟਰੰਪ ਠੀਕ ਆ, ਲੋਕਾਂ ਨੇ ਪਿਛਲੀ ਵਾਰੀ ਵੋਟਾਂ ਵੀ ਇਸ ਕਰਕੇ ਪਾਈਆਂ ਸੀ ਕਿ ਅਮਰੀਕਾ ਦੇ ਵਿੱਚ ਅਮਰੀਕਾ ਦੀ ਗੱਲ ਹੋਣੀ ਚਾਹੀਦੀ ਹੈ, ਜਿਹੜਾ ਅਸਲ ਦੇ ਵਿੱਚ ਅਮਰੀਕਾ ਆ, ਇਮੀਗ੍ਰੇਸ਼ਨ ਜਿਹੜੀ ਆ ਉਹਦੇ ਲੋਕਾਂ ਨੇ ਮਤਲਬ ਇੱਕ ਸਪੋਰਟ ਕੀਤੀ ਸੀ ਇਸ ਮਾਮਲੇ ਦੇ ਵਿੱਚ, ਇਹਦੇ ਨਾਲ ਕੋਈ ਅਮਰੀਕਾ ਦੇ ਲੋਕ ਵੰਡੇ ਗਏ ਆ ਦੋ ਹਿੱਸਿਆਂ ਦੇ ਵਿੱਚ? ਮੇਰੇ ਖਿਆਲ ਜੇ ਆਪਾਂ ਦੇਖੀਏ, ਚਲੋ ਜੇ ਆਪਾਂ ਟਰੰਪ ਨੂੰ ਦੇਖੀਏ ਵੀ ਵਰਲਡ ਫਰੰਟ ਤੇ ਜਿਸ ਤਰ੍ਹਾਂ ਕਿ ਪ੍ਰੀਵੀਅਸ ਓਬਾਮਾ ਵੀ ਰਿਹਾ ਆ, ਉਸ ਤੋਂ ਬਾਅਦ ਬੁਸ਼ ਵੀ, ਉਹਨਾਂ ਦੇ ਸਮੇਂ ਦੇ ਵਿੱਚ ਉਦੋਂ ਬਾਈਡਨ ਵਾਈਸ ਪ੍ਰੈਜ਼ੀਡੈਂਟ ਸੀਗਾ, ਤੇ ਉਦੋਂ ਵੀ ਇਹ ਹਟੇ ਨਹੀਂ ਉੱਥੇ ਬੰਦੇ ਮਾਰਨੋਂ। ਐਕਟ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਵਾਰਸ ਕ੍ਰੀਏਟਡ, ਇਹ ਇੱਕ ਚੀਜ਼ ਜਿਹੜੀ ਆ ਇਹ ਟਰੰਪ ਦੇ ਟਾਈਮ ਤੇ ਘੱਟ ਹੋਈ ਆ, ਵੈਦਰ ਉਹਨੇ ਆਪੇ ਕੀਤੀ ਆ ਜਾਂ ਉਹਦਾ ਕੁਝ ਕੰਸਰਨ ਸੀ, ਜਾਂ ਵੈਸੇ ਹੀ ਜਿਹੜਾ ਕਿ ਇਹਨਾਂ ਦੀ ਫੋਰਨ ਪਾਲਿਸੀ ਸੀ ਉਹ ਥੋੜੀ ਜਿਹੀ ਵੱਧ ਗਿਆ। ਪਰ ਜਿਹੜਾ ਕਿ ਪੋਲਰਾਈਜੇਸ਼ਨ ਦਾ ਗੱਲ ਆ, ਤੁਸੀਂ ਦੇਖੋ ਟਰੰਪ ਨੂੰ ਓਵਰ 75 ਮਿਲੀਅਨ ਵੋਟਸ ਪਈਆਂ ਹਨਾ, ਤੇ ਬਾਈਡਨ ਜਿੱਤਿਆ ਆ ਬਿਕਾਜ਼ ਮੈਂ ਕਹੂੰਗਾ ਵੀ ਬਲੈਕ ਲਾਈਵਸ ਮੈਟਰ ਕਰਕੇ। ਜੇ ਆਪਾਂ ਦੇਖੀਏ ਇਵਨ ਸੈਨੇਟ ਰੇਸ ਜਾਰਜੀਆ ਦੇ ਵਿੱਚ ਜਿਹੜੀਆਂ ਇਹਨਾਂ ਨੇ 2 ਰਨ ਆਫ ਜਿੱਤੀਆਂ ਨੇ, ਉਹ ਬੇਸਿਕਲੀ ਜਿਹੜੀ ਇੱਕ ਬਲੈਕ ਲੇਡੀ ਨੇ ਉੱਥੇ ਮੋਬਿਲਾਈਜ਼ ਕੀਤੇ ਨੇ ਬਲੈਕ ਵੋਟਰਸ, ਸਪੈਸ਼ਲੀ BLM ਤੋਂ ਬਾਅਦ। BLM ਦਾ ਬਹੁਤ ਇੰਪੈਕਟ ਹੈ ਇਲੈਕਸ਼ਨ ਤੇ ਬਲੈਕ ਵੋਟ ਜੇ ਤੁਸੀਂ ਦੇਖੋ ਅਰਬਨ ਏਰੀਆ ਦੇ ਵਿੱਚ, ਜਿੱਥੋਂ ਜਿਹੜੀਆਂ ਸਟੇਟਾਂ 'ਚ ਟਰੰਪ ਹਰਿਆ ਆ ਵੈਰੀ ਕਲੋਜ਼, ਜਿੱਥੇ ਬੈਟਲਸ ਨੇ ਪੈਂਸਿਲਵੇਨੀਆ ਸੋ ਫੋਰਥ, ਉੱਥੇ ਤੁਸੀਂ ਦੇਖੋ ਤੇ ਬਲੈਕ ਲਾਈਵ ਮੈਟਰ ਦਾ ਬਹੁਤ ਫਰਕ ਪਿਆ। ਸੋ ਇੱਕ ਤਰ੍ਹਾਂ ਬਾਈਡਨ ਜਿੱਤਿਆ ਹੀ ਬਲੈਕ ਲਾਈਵ ਮੈਟਰ ਦੇ ਇੰਪੈਕਟ ਨਾਲ ਆ। ਸੋ ਹਾਂ, ਫਿਰ ਵੀ ਉਹਨੂੰ ਵੋਟਾਂ ਕੋਈ ਵੀ ਪ੍ਰੈਜ਼ੀਡੈਂਟ ਹਿਸਟਰੀ ਦੇ ਵਿੱਚੋਂ ਬਾਈਡਨ ਨੂੰ ਸਭ ਤੋਂ ਜ਼ਿਆਦੀਆਂ ਪਈਆਂ, ਟਰੰਪ ਨੂੰ ਵੀ ਨੰਬਰ 2 ਤੇ ਪਈਆਂ। ਜਿਸ ਤਰ੍ਹਾਂ ਕਿ ਈਵਨ ਉਹ ਹਰਿਆ ਵਾ, ਪਰ ਉਹਨੂੰ ਬਾਕੀ ਜਿਹੜੇ ਪ੍ਰੈਜ਼ੀਡੈਂਟ ਜਿੱਤੇ ਵੀ ਆ ਡੈਮੋਕ੍ਰੈਟ ਜਾਂ ਰਿਪਬਲਿਕਨ, ਉਹਨਾਂ ਤੋਂ ਵੀ ਜ਼ਿਆਦੀਆਂ ਵੋਟਾਂ ਟਰੰਪ ਨੂੰ ਪਈਆਂ। ਸੋ ਪੋਲਰਾਈਜੇਸ਼ਨ ਹੈਗੀ ਹੈ, ਜਿਸ ਤਰ੍ਹਾਂ ਸਿੰਧੂ ਸਾਹਿਬ ਨੇ ਕਿਹਾ ਵੀ ਪੋਲਰਾਈਜੇਸ਼ਨ ਬਹੁਤ ਅਮਰੀਕਾ ਹੈਗੀ ਆ, ਪਰ ਡਿਵਾਈਡਡ ਨੇਸ਼ਨ ਆ। ਹੁਣ ਬਾਈਡਨ ਦਾ ਰੋਲ ਹੈਗਾ ਇੱਕ ਤਰ੍ਹਾਂ ਕੰਟਰੀ ਵਿੱਚ ਯੂਨਿਟੀ ਕਰਨੀ, ਪਰ ਆਈ ਥਿੰਕ ਈਵਨ ਡੈਮੋਕ੍ਰੈਟ ਤੇ ਰਿਪਬਲਿਕਨ ਦੋਵੇਂ ਸਮਝਦੇ ਆ ਵੀ ਜਿਹੜੇ ਇਹ ਰਾਈਟ ਵਿੰਗ ਜਿਹੜੇ ਐਕਸਟ੍ਰੀਮਿਸਟ ਨੇ ਨਾ, ਜਿਹੜੇ ਕਿ ਇਹਨਾਂ ਨੂੰ ਟੈਰਰਿਸਟ ਕਿਹਾ ਜਾਂਦਾ, ਇੰਸਟਰਕਸ਼ਨ ਕਿਹਾ ਜਾਂਦਾ ਆ, ਵੀ ਇਹ ਬੰਦੇ ਫਾਈਨਲੀ ਕਿਸੇ ਤਰ੍ਹਾਂ ਆਊਟ ਕਰਨੇ ਪੈਣਗੇ। ਜਿਸ ਤਰ੍ਹਾਂ ਕਿ ਸਿਵਲ ਵਾਰ ਦੇ ਵਿੱਚ ਹਰਾ ਕੇ ਵੀ ਉਹ ਫੋਰਸਿਸ, ਇਹ ਉਹੀ ਫੋਰਸਿਸ, ਫਿਰ ਉਹੀ ਫਿਲਾਸਫੀ, ਉਹੀ ਆਈਡੀਓਲੋਜੀ ਆ। ਸੋ ਇਹ ਕਿਸੇ ਖਤਮ ਕਰਨੀਆਂ ਪੈਣਗੀਆਂ, ਕਿਉਂਕਿ ਇਹ ਰਿਪਬਲਿਕਨ ਵੀ ਨੇ, ਕਿਉਂਕਿ ਗਾਂ ਰਿਪਬਲਿਕਨ ਜਿੱਤ ਨਹੀਂ ਸਕਦੇ ਜਿਸ ਤਰ੍ਹਾਂ ਇਹਨਾਂ ਦੀ ਇੰਪੈਕਟ ਉਹਨਾਂ ਤੇ ਪੈ ਰਿਹਾ। ਸੋ ਇਹ ਦੋਵੇਂ ਚੀਜ਼ਾਂ ਹੀ ਤਾਂ ਹੀ ਰਿਪਬਲਿਕਨ ਵੀ ਚਾਹਣਗੇ ਵੀ ਸਮਹਾਉ ਡੋਨਾਲਡ ਟਰੰਪ ਨੂੰ ਬਾਹਰ ਕੀਤਾ ਜਾਵੇ ਤੇ ਇਹਨਾਂ ਨੂੰ ਫਿਰ ਡਾਊਨ ਕੀਤਾ ਜਾਵੇ। ਇਹਨਾਂ ਦੀਆਂ ਵੋਟਾਂ ਸਾਨੂੰ ਪੈਣੀਆਂ ਠੀਕ ਆ, ਪਰ ਜਿਸ ਤਰ੍ਹਾਂ ਇਹ ਆ ਕੇ ਫਰੰਟ ਤੇ ਡੈਮੇਜ ਕਰਦੇ ਨੇ ਉਹ ਚੰਗਾ ਨਹੀਂ ਪੋਲੀਟੀਕਲ ਵਾਚਸ ਲਈ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅਸਲ ਦੇ ਵਿੱਚ ਰਿਪਬਲਿਕਨ ਵੀ ਅੰਦਰੋਂ ਅੰਦਰ ਹੀ ਇਹ ਚਾਹੁੰਦੇ ਆ, ਅੰਦਰੋਂ ਅੰਦਰ ਕੀ ਹੁਣ ਤਾਂ ਸਾਹਮਣੇ ਹੀ ਚਾਹੁੰਦੇ ਆ ਵੀ ਇਹ ਇਸ ਤਰ੍ਹਾਂ ਇਹਨਾਂ ਨੂੰ ਤੋੜ ਦਿੱਤਾ ਜਾਵੇ। ਯਾਦਵਿੰਦਰ ਸਿੰਘ ਜੀ, ਜੋ ਕੁਛ ਇਸ ਵੇਲੇ ਅਮਰੀਕਾ ਦੇ ਵਿੱਚ ਹੋ ਰਿਹਾ ਹੈ, ਹਿਸਟਰੀ ਦੇ ਵਿੱਚ ਪਹਿਲਾਂ ਨਹੀਂ ਹੋਇਆ। ਕਿਸੇ ਵੀ ਰਾਸ਼ਟਰਪਤੀ ਨੂੰ ਦੂਜੀ ਵਾਰ ਇੰਪੀਚ ਨਹੀਂ ਕੀਤਾ ਗਿਆ। ਅਗਲੀ ਗੱਲ, ਅੱਜ ਜਦੋਂ ਅਸੀਂ 14 ਤਰੀਕ ਦੀ ਸ਼ਾਮ ਨੂੰ ਇਹ ਸਾਰੀ ਗੱਲਬਾਤ ਕਰ ਰਹੇ ਹਾਂ, ਦਿਨ 5 ਰਹਿੰਦੇ ਆ, ਇੰਨੇ ਘੱਟ ਸਮੇਂ ਦੇ ਵਿੱਚ ਨਹੀਂ ਕੀਤਾ ਗਿਆ। ਹੁਣ ਜਦੋਂ ਪਹਿਲਾਂ ਇਹਨਾਂ ਨੂੰ ਸਤੰਬਰ ਦੇ ਵਿੱਚ ਇੰਪੀਚ ਕੀਤਾ ਸੀ, ਉਸ ਵੇਲੇ ਵੀ ਜੋ ਸੈਨੇਟ ਦੀ ਹਾਲਤ ਸੀ ਅੱਜ ਵੀ ਉਹੀ ਆ। 50 ਜਿਹੜੇ ਆ ਉਹ ਰਿਪਬਲਿਕਨ ਨੇ ਤੇ 48 ਜਿਹੜੇ 98 ਦੇ ਵਿੱਚੋਂ ਉਹ ਹੈਗੇ ਨੇ ਡੈਮੋਕ੍ਰੈਟਸ। ਹੁਣ ਉੱਥੇ ਚਾਹੀਦੇ ਹੈਗੇ ਨੇ ਘੱਟੋ ਘੱਟ 65 ਇਹਨਾਂ ਨੂੰ ਇੰਪੀਚ ਕਰਨ ਦੇ ਲਈ, ਜਿੱਦਾਂ ਆਪਾਂ ਕਹਿੰਦੇ ਆ। ਉਹ ਹੁਣ ਜੇ 17 ਬੰਦੇ ਇੱਧਰੋਂ ਉੱਧਰ ਜਾਂਦੇ ਆ ਜਾਂ ਤਾਂ ਹੋ ਸਕਦਾ, ਜਾਂ ਕੀ ਇਹ ਕਿਉਂਕਿ ਸਾਰਾ ਕੁਝ ਹੀ ਪਹਿਲੀ ਵਾਰ ਹੋ ਰਿਹਾ, ਇਹ 19-20 ਤਰੀਕ ਨੂੰ ਛੱਡ ਕੇ ਚਲੇ ਵੀ ਜਾਣ ਵਾਈਟ ਹਾਊਸ, ਉਹਦੇ ਤੋਂ ਬਾਅਦ ਵੀ ਇਹ ਪ੍ਰੋਸੈਸ ਕਰਕੇ ਤੇ ਇਹਨਾਂ ਨੂੰ ਪੂਰਾ ਖੱਜਲ ਖੁਆਰ ਕਰਕੇ ਕੱਢਿਆ ਜਾਊਗਾ। ਕੀ ਲੱਗਦਾ ਇਸ ਵੇਲੇ ਜੀ? ਹਾਂਜੀ, ਇਹ ਦੇਖੋ, ਇਹ ਨਾ ਹੁਣ ਥੋੜਾ ਦੋਵੇਂ ਪਾਰਟੀਆਂ ਨੇ ਆਪਦੀ ਪੋਲੀਟੀਕਲ ਕੈਲਕੂਲੇਸ਼ਨ ਕਰਨੀ ਆ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਮਿਚ ਮਕਾਨਲ ਨੇ, ਜਿਹੜੇ ਸੈਨੇਟ ਦੇ ਜਿਹੜੇ ਹੈਗੇ ਨੇ ਚੇਅਰਮੈਨ ਨੇ, ਹੁਣ ਜਿਹੜੇ ਸੈਨੇਟ ਰਨ ਕਰਦੇ ਨੇ,
ਉਹਨਾਂ ਨੇ ਆਲਰੇਡੀ ਕਹਿ ਦਿੱਤਾ ਆ ਕਿ ਅਸੀਂ 19 ਤਰੀਕ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਆ ਉਹ ਸੈਨੇਟ ਦੁਆਰੇ ਨਹੀਂ ਬੁਲਾਉਣਾ। ਸੋ ਇਟਸ ਕਲੀਅਰ ਕਿ ਜੇ ਇਹ ਜਿਹੜੀ ਇੰਪੀਚਮੈਂਟ ਦਾ ਜਿਹੜਾ ਨੈਕਸਟ ਪ੍ਰੋਸੈਸ ਆ ਸੈਨੇਟ ਦੇ ਵਿੱਚ ਉਹ 20 ਤਰੀਕ ਤੋਂ ਬਾਅਦ ਹੀ ਹੋਊਗਾ। ਸੋ ਦੈਟਸ ਫॉर ਸ਼ੋਰ। ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਹੀ ਇਜ਼ ਇਨ ਫੇਵਰ, ਮਤਲਬ ਨਾਟ ਪਬਲਿਕਲੀ, ਪਰ ਉਹਨਾਂ ਨੇ ਜਿਹੜੇ ਉਹਨਾਂ ਦੀ ਨਿਊਯਾਰਕ ਟਾਈਮ ਦੇ ਨੇ ਕੋਟ ਕੀਤਾ ਉਹਨਾਂ ਨੂੰ ਕਿ ਹੀ ਵੁੱਡ ਲਾਈਕ ਟੂ ਇੰਪੀਚ ਹਿਮ ਆਫਟਰਵਰਡਸ। ਹੁਣ ਦੇਖੋ 20 ਤਰੀਕ ਨੂੰ ਜਿਹੜਾ ਹੈਗਾ ਆ ਉਹ ਸੈਨੇਟ ਜਿਹੜੀ ਆ ਉਹ ਡੈਮੋਕ੍ਰੇਟਸ ਦੇ ਕੰਟਰੋਲ ਕੋਲ ਚਲੀ ਜਾਣੀ ਆ। ਡੈਮੋਕ੍ਰੇਟਸ ਵਿਲ ਰਨ ਦ ਸੈਨੇਟ, ਔਰ ਉਹਨਾਂ ਦੇ ਨਾਲ ਜੇ ਉਹਨਾਂ ਨੇ ਇੰਪੀਚ ਕਰਨਾ ਆ, ਜਿਹਨੂੰ ਇਹ ਆਰਟੀਕਲ ਆਫ ਇੰਪੀਚਮੈਂਟ ਬਾਅਦ ਦੇ ਵਿੱਚ ਉਹਨਾਂ ਨੇ ਲੈ ਕੇ ਆਉਣੇ ਨੇ ਸੈਨੇਟ ਦੇ ਵਿੱਚ 20 ਤਰੀਕ ਤੋਂ ਬਾਅਦ, ਇਟਸ ਅ ਵੈਰੀ ਟਾਈਮ ਕੰਜ਼ਿਊਮਿੰਗ ਪ੍ਰੋਸੈਸ। ਕਿਉਂਕਿ ਜਿਹੜੀ ਮਿਸਟਰ ਬਾਈਡਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ, ਜਿਹੜੇ ਉਹਨਾਂ ਨੇ ਬੰਦੇ ਪਿਕ ਕੀਤੇ ਨੇ ਆਪਣੀ ਐਡਮਿਨਿਸਟ੍ਰੇਸ਼ਨ ਲਈ, ਉਹਨਾਂ ਸਾਰਿਆਂ ਨੂੰ ਕਨਫਰਮ ਕਰਨਾ ਆ ਸੈਨੇਟ ਨੇ। ਔਰ ਜੇ ਸੈਨੇਟ ਆਕੂਪਾਈ ਹੋ ਜਾਂਦੀ ਆ ਇੰਪੀਚਮੈਂਟ ਦੇ ਵਿੱਚ ਤੇ ਦੈਟ ਵਿਲ ਬੀ ਡਿਲੇਡ। ਇਹ ਪਹਿਲਾਂ ਹੀ ਡਿਲੇਡ ਆ ਕਿਉਂਕਿ ਇਹ ਜਿਹੜਾ ਪ੍ਰੋਸੈਸ ਆ ਇਹ ਕਈ ਵਾਰ ਇਹ ਜੇ ਪ੍ਰੈਜ਼ੀਡੈਂਟ ਜਿਹੜੇ ਸਿਟਿੰਗ ਪ੍ਰੈਜ਼ੀਡੈਂਟ ਨੇ ਉਹ ਜੇ ਨਾਲ ਉਹਨਾਂ ਦੇ ਕੰਪਲਾਈ ਕਰਦੇ ਤਾਂ ਹੁਣ ਤੱਕ ਕਾਫੀ ਕੁਝ ਹੋ ਜਾਣਾ ਸੀਗਾ। ਪਰ ਕਿਉਂਕਿ ਉਹ ਤਾਂ ਵਾਈਟ ਹਾਊਸ ਛੱਡਣ ਨੂੰ ਤਿਆਰ ਨਹੀਂ ਸੀਗੇ, ਉਹ ਤਾਂ ਕਹਿੰਦੇ ਸੀਗੇ ਕਿ ਮੈਂ ਹੀ ਜਿੱਤਿਆ ਆ। ਸੋ ਇਸ ਕਰਕੇ ਸਾਰਾ ਕੁਝ ਪਹਿਲਾਂ ਵੀ ਪੋਸੀਬਲ ਨਹੀਂ ਹੋਇਆ। ਸੋ ਇਹ ਜਿਹੜੇ ਡੈਮੋਕ੍ਰੇਟਸ ਦੇ ਕੋਲੇ ਜਦੋਂ ਇਹ ਗੱਲ ਚੱਲ ਜਾਂਦੀ ਹੈ ਤੇ ਦੇ ਹੈਵ ਟੂ ਫਿਗਰ ਆਊਟ ਕਿ ਉਹਨਾਂ ਦੀ ਪ੍ਰਾਇੋਰਟੀਜ਼ ਕੀ ਨੇ। ਆਰ ਦੇ ਵਾਂਟ ਟੂ ਪਰਸੂ ਇੰਪੀਚਮੈਂਟ ਫਸਟ ਔਰ ਦੇ ਵਾਂਟ ਟੂ ਡੂ ਦੇਅਰ ਜਿਹੜੀ ਐਡਮਿਨਿਸਟ੍ਰੇਸ਼ਨ ਇਨ ਪਲੇਸ ਪਹਿਲਾਂ ਕਰਨੀ ਹੈ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਨੇ ਦੇ ਹੈਵ ਟੂ ਫਿਗਰ ਆਊਟ ਕਿ ਉਹਨਾਂ ਨੇ ਕਿਹੜਾ ਰਸਤਾ ਲੈਣਾ ਆ। ਪਰ ਵਨ ਥਿੰਗ ਇਜ਼ ਸ਼ੋਰ ਕਿ ਜਿਹੜੇ ਰਿਪਬਲਿਕਨ ਵੀ ਨੇ ਉਹ ਆਪਣੇ ਗਲੋਂ ਇਹ ਮਰਿਆ ਸੱਪ ਲਾਉਣਾ ਚਾਹੁੰਦੇ ਨੇ। ਹੁਣ ਉਹਨਾਂ ਦੇ ਮੁਤਾਬਕ ਹੈ ਕਿ ਜਿੰਨਾ ਚਿਰ ਇਹ ਬੰਦਾ ਸਾਡੀ ਪਾਰਟੀ ਦੇ ਵਿੱਚ ਰਹੂਗਾ, ਇੱਕ ਤਾਂ ਇਹ ਆ ਕਿ ਉਸ ਜਿਸ ਤਰੀਕੇ ਨਾਲ ਇਹਨਾਂ ਨੇ ਪਾਰਟੀ ਨੂੰ ਬੁਲੀ ਕੀਤਾ ਆ, ਉਹ ਕਿਸੇ ਵੀ ਬੰਦੇ ਇਟ ਬਿਕਮਸ ਟਰੰਪਸ ਪਾਰਟੀ। ਐਕਚੁਅਲੀ ਰਿਪਬਲਿਕਨ ਨੇ ਜਿਹੜੇ ਇਦਾਂ ਨਹੀਂ ਹੈਗੇ ਜਿਵੇਂ ਟਰੰਪ ਸੋਚਦਾ ਆ। ਬੇਸਿਕਲੀ ਜਿਹੜੀਆਂ ਇਹਦੇ ਚਾਰ ਚਫੇਰੇ ਫੋਰਸਿਸ ਇਕੱਠੀਆਂ ਹੋਈਆਂ ਨੇ, ਦੇ ਆਰ ਫਾਸਿਸਟ ਫੋਰਸਿਸ। ਉਹੀ ਜਿਵੇਂ ਪਹਿਲਾਂ ਆਪਣੇ ਵੀਰ ਬਾਬ ਢਿੱਲੋਂ ਨੇ ਵੀ ਦੱਸਿਆ ਕਿ these are the same forces who are like in civil war, confederates ਵਗੈਰਾ, ਇਹ ਉੱਥੋਂ ਹੀ ਆਪਦੀ ਇੰਸਪੀਰੇਸ਼ਨ ਲੈਂਦੇ ਨੇ। ਔਰ ਮੈਂ ਸਮਝਦਾ ਹਾਂ ਕਿ ਜਿਹੜਾ ਸਮਾਂ ਆ ਉਹ ਬਹੁਤ ਚੇਂਜ ਹੋ ਚੁੱਕਿਆ ਆ। ਪਰ ਗੱਲ ਇਹ ਆ ਕਿ ਜੇ ਅੱਜ ਵੀ ਅਸੀਂ ਅਮਰੀਕਾ ਦੇ, ਮੈਂ ਪੋਲ ਸਵੇਰੇ ਦੇਖ ਰਿਹਾ ਸੀਗਾ ਜਿਹੜਾ ਪ੍ਰੈਜ਼ੀਡੈਂਟ ਆ ਉਹਨੂੰ ਇੰਪੀਚ ਹੋਣਾ ਚਾਹੀਦਾ ਸੀ ਕਿ ਨਹੀਂ, ਇਟਸ 53 to 47। ਅੱਛਾ ਜੀ, 53% ਲੋਕ ਕਹਿੰਦੇ ਨੇ ਕਿ ਇੰਪੀਚ ਹੋਣਾ ਚਾਹੀਦਾ ਆ, 47 ਕਹਿੰਦੇ ਕਿ ਨਹੀਂ ਹੋਣਾ ਚਾਹੀਦਾ। ਸੋ ਇਟਸ ਅ ਵੈਰੀ ਕਲੋਜ਼ from public opinion. So ਮੇਰਾ ਖਿਆਲ ਚ ਜਿਹੜੇ ਡੈਮੋਕ੍ਰੇਟ ਨੇ they might impeach him, but I think they will set their priorities based on ਕਿ ਪਹਿਲਾਂ ਆਪਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ, ਜਿਹੜੀ ਲੋਕਾਂ ਨੂੰ ਉਹਨਾਂ ਨੇ ਪ੍ਰੋਮਿਸ ਕੀਤੇ ਨੇ, ਕੋਵਿਡ ਦਾ ਐਡਾ ਵੱਡਾ ਰੌਲਾ ਆ, ਉਹਨੂੰ ਮੈਨੇਜ ਕਰਨਾ ਆ। I believe they will ਆਪਣੇ ਜਿਹੜਾ ਆਪਣਾ ਐਡਮਿਨਿਸਟ੍ਰੇਸ਼ਨ ਆ ਉਹਦੀ ਜਿਹੜੀਆਂ ਕਨਫਰਮੇਸ਼ਨਸ ਨੇ ਜਿਹੜੀਆਂ ਸੈਨੇਟ ਚ ਹੋਣੀਆਂ ਨੇ, ਪਹਿਲਾਂ ਉਹ ਕਰਨਗੇ। ਉਸ ਤੋਂ ਬਾਅਦ ਜੇਕਰ ਰਿਪਬਲਿਕਨ ਉਹਨਾਂ ਦਾ ਸਾਥ ਦੇਣਗੇ ਜਿਹੜੇ ਕਿ ਉਹ ਚਾਹੁੰਦੇ ਨੇ, ਤੇ ਹੋਪਫੁਲੀ they will press charges against him in the Senate and formally impeach him। ਇਹ ਉਹਨਾਂ ਦੇ ਰਿਪਬਲਿਕਨ ਦੇ ਜ਼ਿਆਦਾ ਫਾਇਦੇ ਚ ਗੱਲ ਆ, ਕਿਉਂਕਿ ਉਹ ਅਦਰਵਾਈਜ਼ he's going to be a force in the Republican Party ਜੇ ਉਹ ਇੰਪੀਚ ਨਹੀਂ ਹੁੰਦੇ ਸੈਨੇਟ ਦੇ ਵਿੱਚ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਿਪਬਲਿਕਨ ਪਾਰਟੀ ਦਾ ਜਿਹੜਾ ਹੈਗਾ ਆ ਬੇਸ ਆ, ਜੇ ਉਹਨੂੰ ਟਰੰਪ ਆਪਣੇ ਵੱਲ ਲਾ ਕੇ ਰੱਖਦਾ ਆ ਤੇ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਬੜਾ ਗੁੱਡ ਨਹੀਂ ਹੈਗਾ ਅਮਰੀਕਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ। ਸੋ ਇਟਸ ਇਨ देयर ਇੰਟਰਸਟ ਐਜ਼ ਵੈਲ। ਇੱਕ ਹੋਰ ਗੱਲ ਦੱਸਿਓ ਇੱਥੇ ਯਾਦਵਿੰਦਰ ਸਿੰਘ ਜੀ, ਜਦੋਂ ਹੁਣ ਇਹਨਾਂ ਨੂੰ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਸੀਗੇ ਜਿਹੜੇ ਇਹਨਾਂ ਦੇ ਆਪਣੇ ਸੀਗੇ ਰਿਪਬਲਿਕਨ ਟਰੰਪ ਦੇ, ਉਹ ਵੀ 10 ਜਣੇ ਦੂਜੇ ਪਾਸੇ ਚਲੇ ਗਏ। ਉਹਨੇ ਕਿਹਾ ਵੀ ਹਾਂਜੀ ਅਸੀਂ ਇਸ ਹੱਕ 'ਚ ਹਾਂ ਕਿ ਇਹਨਾਂ ਨੂੰ ਇੰਪੀਚ ਕੀਤਾ ਜਾਵੇ ਸੈਨੇਟ ਦੇ ਵਿੱਚ। ਸੋ ਹੁਣ ਤਾਂ ਸੈਨੇਟ ਕਿਉਂਕਿ ਬੈਠਣੀ 20 ਤਰੀਕ ਤੋਂ ਬਾਅਦ ਆ, ਕੀ ਲੱਗਦਾ ਕਿ ਜੇ ਹੁਣ ਹੁੰਦਾ, ਮੰਨ ਲਓ ਇਹ ਸਾਰਾ ਪ੍ਰੋਸੈਸ ਪਹਿਲਾਂ ਹੋ ਜਾਂਦਾ, ਸੈਨੇਟ ਦੇ ਵਿੱਚ ਵੀ ਜਿਹੜੇ ਲੋਕ ਸੀਗੇ ਦੂਜੇ ਪਾਸੇ ਹੋ ਜਾਂਦੇ ਰਿਪਬਲਿਕਨ? ਦੇਖੋ ਕੁਝ ਜਿਹੜੇ ਸੈਨੇਟਰ ਨੇ ਉਹਨਾਂ ਨੇ ਓਪਨਲੀ ਕਹਿ ਦਿੱਤਾ ਆ ਕਿ ਦੇ ਆਰ ਅਗੇਂਸਟ ਹਿਮ ਐਂਡ ਦੇ ਵਿਲ ਵੋਟ ਫਾਰ ਇਟ। ਜਿਵੇਂ ਮਿਟ ਰੋਮਨੀ ਨੇ ਨਾ, ਜਿਹੜੇ ਯੂਟਾ ਤੋਂ ਨੇ, ਫਿਰ ਟੋਮੀ ਨੇ, ਫਰਗਾਟ ਹਿਸ ਫੁੱਲ ਨੇਮ, ਪੈਂਸਿਲਵੇਨੀਆ ਤੋਂ। ਇੱਦਾਂ ਜਿਵੇਂ ਇਸ ਕਿਸਮ ਦੇ ਕੁਝ ਲੋਕ ਹੈਗੇ ਨੇ ਜਿਨ੍ਹਾਂ ਨੇ ਓਪਨਲੀ ਕਹਿ ਦਿੱਤਾ ਆ। ਪਰ there are good chances ਕਿ 17 ਚਾਹੀਦੇ ਨੇ ਉਹਨਾਂ ਨੂੰ, ਰਾਈਟ? Maybe after 20th they need 15 ਕਿਉਂਕਿ 50-50 ਹੈਗਾ ਹੈ ਨਾ। So ਇਸ ਗੱਲ ਦੇ good chance ਨੇ ਕਿ there are enough senators there
to impeach him, and I think they will go ahead and do it. ਇਸ ਗੱਲ ਦੀ ਪੋਸਿਬਿਲਿਟੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ, ਪਰ 20 ਤਰੀਕ ਤੋਂ ਪਹਿਲਾਂ ਨਹੀਂ ਹੋਣੀ ਮੇਰੇ। ਜੀ ਪੌਲ ਢਿੱਲੋਂ ਜੀ, ਸਾਨੂੰ ਇੱਕ ਗੱਲ ਦੱਸਿਓ ਕਿ ਆਪਾਂ ਇਸ ਵੇਲੇ ਕੈਨੇਡਾ 'ਚ ਗੱਲਬਾਤ ਬੈਠੇ ਕਰ ਰਹੇ ਹਾਂ, ਕੈਨੇਡਾ ਦੀ ਪੋਲੀਟਿਕਸ ਜਾਂ ਕੈਨੇਡਾ ਦੇ US ਨਾਲ ਰਿਲੇਸ਼ਨਸ ਦੇ ਵਿੱਚ ਕੋਈ ਫਰਕ ਪੈਂਦਾ ਟਰੰਪ ਦੇ ਜਾਣ ਤੋਂ ਬਾਅਦ, ਜਾਂ ਜੋ ਕੁਛ ਉੱਥੇ ਹੋਇਆ ਸੀ ਇਹ BLM ਵਾਲਾ, ਉਹਦਾ ਬਹੁਤ ਵੱਡਾ ਅਸਰ ਦੁਨੀਆ ਦੇ ਨਾਲ ਨਾਲ ਕੈਨੇਡਾ ਦੇ ਉੱਤੇ ਵੀ ਪਿਆ ਸੀ। ਹੁਣ ਜੋ ਕੁਛ ਉੱਥੇ ਹੋ ਰਿਹਾ ਕੈਪੀਟਲ ਹਿੱਲ 'ਤੇ ਅਟੈਕ, ਉਹਦੇ ਤੋਂ ਬਾਅਦ ਹੁਣ ਕਿ ਉੱਥੇ ਆਰਮਡ ਡੈਮੋਸਟ੍ਰੇਸ਼ਨ ਹੋ ਸਕਦੇ ਆ, ਇਹ ਕੈਨੇਡਾ ਨੂੰ ਕਿਸੇ ਤਰ੍ਹਾਂ ਇਫੈਕਟ ਕਰਦੀ ਹੈ ਚੀਜ਼? ਉਹ ਆਪਾਂ ਜੇ ਆਪਾਂ ਕੈਨੇਡਾ ਦਾ ਕਨੈਕਟ ਦੇਖੀਏ US ਦੇ ਆ ਜਿਹੜੇ ਦੰਗੇ ਹੋਏ ਨੇ, ਆ ਜਿਹੜੇ ਵਾਇਲੈਂਸ ਹੋਈ ਆ, ਉਹਦੇ ਵਿੱਚੋਂ ਇੱਕ ਗਰੁੱਪ ਹੈਗਾ ਪ੍ਰਾਊਡ ਬॉयਜ਼। ਪ੍ਰਾਊਡ ਬॉयਜ਼ ਜਿਹੜੀ origin ਆ ਉਹ ਕੈਨੇਡਾ, ਉਹ ਗਰੁੱਪ ਕੈਨੇਡਾ ਚੋਂ ਸ਼ੁਰੂ ਹੋ ਕੇ ਆ ਉਧਰ ਨੂੰ ਗਈ ਆ ਤੇ ਹੋਰ ਨੈਟ ਬਣੇ ਨੇ ਹਨਾ, ਸੋਸ਼ਲ ਮੀਡੀਆ ਥਾਣੀ ਤੇ ਹੋਰ ਤਰ੍ਹਾਂ। ਸੋ ਕੈਨੇਡਾ ਦਾ ਕਨੈਕਸ਼ਨ ਦੰਗਿਆਂ ਦੇ ਨਾਲ ਹੈਗਾ, ਇਸ ਕਰਕੇ ਆਪਣੀ ਟਰੂਡੋ ਸਰਕਾਰ ਨੇ ਉਹ ਜਿਹੜੇ ਕਿ ਹੁਣ ਲਿਆਂਦਾ ਜਿਹੜੇ ਪ੍ਰਾਊਡ ਤੇ ਇਦਾਂ ਦੇ ਜਿਹੜੇ ਗਰੁੱਪਸ ਹੈਗੇ ਨੇ ਕੈਨੇਡਾ ਵਿੱਚ, ਵੀ ਉਹਨਾਂ ਨੂੰ ਡੈਜ਼ਿਗਨੇਸ਼ਨ ਦਿੱਤਾ ਜਾਵੇ, ਕਿਉਂਕਿ ਇਹ ਪਹਿਲੀ ਵਾਰੀ ਇਦਾਂ ਦਾ ਕੀਤਾ ਕਰਕੇ ਇਦਾਂ ਦੇ ਗਰੁੱਪ ਬਹੁਤ ਅੱਗੇ ਕੈਨੇਡਾ ਦੇ, ਪਰ ਕਦੇ ਸਰਕਾਰ ਨੇ ਇਹਦਾ ਸੋਚਿਆ ਨਹੀਂ। ਪਰ ਇਹ ਦੇਖ ਕੇ ਕੈਪੀਟਲਸ ਲਈ ਇਹ ਜੋ ਹੋਇਆ ਆ, ਉਹਨਾਂ ਦੇਖਿਆ ਵੀ ਇੱਥੇ ਉਹ ਕੰਮ ਕਈ ਸਮਾਲ ਸੈਕਸ਼ਨ ਆਫ ਪਾਰਟੀ ਜਿਹੜੀ ਆਪਣੀ ਹੈਗੀ ਇੱਥੇ, ਵੀ ਉਹਨਾਂ ਦੇ ਨਾਲ ਇਹ ਜੁੜੇ ਹੋਏ ਨੇ, ਤੇ ਹੋਰ ਇਦਾਂ ਦੇ ਜਿਹੜੇ ਰਾਈਟ ਵਿੰਗ ਕੂ ਕਲਕਸ ਕਲੈਨ ਰੇਸਿਸ ਜਿਹੜੇ ਨੇ ਉਹ ਜੁੜੇ ਹੋਏ ਨੇ, ਵੀ ਇਹਨਾਂ ਨੂੰ ਕਿਸ ਤਰ੍ਹਾਂ ਪੁਲਿਸ ਦੇ ਵਿੱਚ ਲਿਆ ਜਾਵੇ, ਇਹਨਾਂ ਦੀ ਸਰਵੇਲੈਂਸ ਹੋਵੇ, ਇਹਨਾਂ ਦਾ ਸਾਰਾ ਕੁਝ ਨਜ਼ਰ ਰੱਖੀ। ਸੋ ਇਹਦਾ ਬਿਗ ਇੰਪੈਕਟ ਹੈਗਾ ਆ, ਕਿਉਂਕਿ ਟਰੂਡੋ ਨੇ ਵੀ ਦੇਖਿਆ ਕਰਕੇ ਆਪਣਾ ਇਲੈਕਸ਼ਨ ਮਈ ਦੇ ਵਿੱਚ ਆ, ਸਾਰਿਆਂ ਨੂੰ ਪਤਾ ਵੀ ਮਈ ਦੇ ਵਿੱਚ ਹੁਣ ਆਪਣਾ ਨਦੀਪ ਮਿਨਿਸਟਰ ਸੀਗਾ ਉਹ ਪੋਲਿਟਿਕਸ ਜਾ ਰਿਹਾ, ਉਹ ਇਸੇ ਕਰਕੇ ਉਹ ਡਿਸੀਜਨ ਰਾਈਟ ਵੀ ਅਨਾਉਂਸ ਕੀਤੀ ਕਰਕੇ ਇਲੈਕਸ਼ਨ ਮਈ ਦੇ ਵਿੱਚ ਹੈਗਾ। ਸੋ ਇਹ ਬਿਗ ਇੰਪੈਕਟ ਹੈਗਾ ਤੇ ਕੈਨੇਡਾ ਵਾਚ ਕਰ ਰਿਹਾ, ਪਰ ਕੈਨੇਡਾ ਦੀ ਰਿਲੇਸ਼ਨਸ਼ਿਪ US ਨਾਲ ਬਾਈਡਨ ਨਾਲ ਜ਼ਿਆਦਾ ਹੋਊਗੀ ਮੇਰੇ ਖਿਆਲ, ਕਿਉਂਕਿ ਇੱਕ ਪ੍ਰੋਬਲਮ ਟਰੰਪ ਦੀ ਰਹੀ ਹੈ ਵੀ ਉਹਨਾਂ ਦੇ ਬੰਦੇ ਤੇ ਉਹ ਆਪ ਜਿਹੜੀ ਕੰਟਰੀ ਨਾਲ ਜਿਹੜਾ ਉਹਨਾਂ ਦਾ ਕਨੈਕਸ਼ਨ ਦੀ ਲੋਕੀ ਸੀਰੀਅਸ ਨਹੀਂ ਲੈਂਦੇ ਸੀ, ਕਰਕੇ ਕਈ ਵਾਰੀ ਸੁਣਦੇ ਸੀ, ਕਈ ਵਾਰੀ ਨਹੀਂ ਸੁਣਦੇ ਸੀ, ਕਈ ਵਾਰੀ ਆਪਣੇ ਕੋਲ ਕਾਨੂੰਨ ਬਣਾ ਕੇ, ਜਿਸ ਤਰ੍ਹਾਂ ਕਿ ਕੈਨੇਡਾ ਦੇ ਨਾਲ ਉਹਨੇ ਕਈ ਜਿਹੜੇ ਪਾਸ ਥਰੂ ਨਹੀਂ ਹੋਏ, ਪਰ ਉਹਦੀ ਬੈਡ ਪਬਲਿਸਿਟੀ ਜ਼ਰੂਰ ਹੋਈ ਲਾਈਕ ਕੈਨੇਡਾ ਲਈ। ਫਿਰ USA ਤਾਂ ਚਲੋ ਉਹ ਕਰ ਹੀ ਰਿਹਾ ਸੀ ਡੈਮੇਜ ਕੰਟਰੀ ਨੂੰ, ਲਾਜ਼ ਨੂੰ ਤੇ ਬਾਕੀ ਨੂੰ, ਪਰ ਬਾਕੀ ਕੰਟਰੀਆਂ ਨਾਲ ਵੀ ਇੰਨਾ ਗੁੱਡ ਨਹੀਂ ਰਿਹਾ। ਸੋ ਕੈਨੇਡਾ ਬਾਈਡਨ ਦੇ ਨਾਲ ਇੰਪਰੂਵਡ ਰਿਲੇਸ਼ਨ ਹੋਗਾ, ਵੀ ਸਮਥਿੰਗ ਵੀ ਜਿੱਦਾਂ ਕਿ ਆਮ ਹੁੰਦਾ ਰਿਲੇਸ਼ਨਸ਼ਿਪ ਪਰ ਆਈ ਥਿੰਕ ਕੈਪੀਟਲ ਹਿੱਲ ਦਾ ਬਹੁਤ ਇੰਪੈਕਟ ਕੈਨੇਡਾ ਤੇ ਪਿਆ। ਤੇ ਬਲੈਕ ਲਾਈਵ ਮੈਟਰ ਦੀ ਜਿਹੜੀ ਚੀਜ਼ ਆ ਉਹ ਬੇਸਿਕਲੀ ਅਬਾਊਟ ਇਕੁਆਲਿਟੀ ਆ, ਇੱਕ ਆਪਾਂ ਯੈਸ ਬਲੈਕ ਲਾਈਵਸ ਮੈਟਰ ਤੋਂ ਸਟਾਰਟ ਆ ਵੀ, ਕਿਉਂਕਿ ਬਲੈਕਸ US ਦੀ ਹਿਸਟਰੀ ਦੇ ਵਿੱਚ ਸਲੇਵਰੀ ਤੋਂ ਲੈ ਕੇ ਹੁਣ ਤੱਕ ਵੀ ਪੁਲਿਸ, ਜਿਸ ਤਰ੍ਹਾਂ ਕਿ ਆਪਾਂ ਹੁਣੇ ਡਿਸਕਸ ਕਰ ਰਹੇ ਸੀ, ਵੀ ਜੇ ਹੀ ਇਹ ਬਲੈਕ ਪ੍ਰੋਟੈਸਟਰ ਹੁੰਦੇ ਕੈਪੀਟਲ ਹਿੱਲ ਤੇ ਆਉਂਦੇ, ਭਾਵਾਂ ਤੋੜ ਕੇ ਅੰਦਰ ਵੀ ਨਾ, ਉਦੋਂ ਹੀ ਗੋਲੀਆਂ ਚੱਲਣ ਲੱਗ ਪਣੀਆਂ ਸੀਗੀਆਂ। ਪਰ ਇਹਨਾਂ ਨੇ ਵਾਈਟ ਜਿਹੜੇ ਸੀਗੇ ਜਿਹੜੇ ਅਟੈਕ ਕੀਤਾ, ਵੀ ਉਹਨਾਂ ਤੇ ਗੋਲੀਆਂ ਨਹੀਂ ਚਲਾਈਆਂ, ਤੇ ਇਹ ਸਮਾਂ ਕਿ ਵੀ ਉਹਨਾਂ ਨੂੰ ਕਈ ਪੁਲਿਸ ਵਾਲੇ ਉਹਨਾਂ ਨੂੰ ਗਾਈਡ ਕਰ ਰਹੇ ਸੀ ਵੀ ਇੱਧਰ ਨੂੰ ਜਾਓ, ਤੁਸੀਂ ਇੱਧਰ ਜਾਓ, ਰਾਈਟ। ਤੋ ਇਹ ਬਲੈਕ ਲਾਈਵਸ ਮੈਟਰ ਜਿਹੜੀ ਇਕੁਆਲਿਟੀ ਦੀ ਗੱਲ ਆ, ਇਹ ਵੈਰੀ ਸਾਰੇ ਥਾਂ ਤੇ ਵਰਲਡ 'ਚ ਗਈ ਹੋਈ ਆ, ਤੇ ਮੇਰੇ ਖਿਆਲ ਵੀ ਇਹ ਬਲੈਕ ਲਾਈਵ ਮੈਟਰ ਅਜੇ ਇੰਡੀਆ ਚੰਗੀ ਤਰ੍ਹਾਂ ਨਹੀਂ ਗਈ, ਪਰ ਹੋਪਫੁਲੀ ਜਿਹੜੇ ਫਾਰਮਰ ਪ੍ਰੋਟੈਸਟ ਉਹਦੇ ਨਾਲ ਇਹ ਚੀਜ਼ ਵੀ ਜੋੜ ਕੇ ਇਹ ਗਾਂਹ ਕਰਨਗੇ, ਕਿਉਂਕਿ ਜਿਹੜਾ ਕਿ ਇੰਡੀਆ ਦੇ ਵਿੱਚ ਕੈਸਟ ਦੀ ਪ੍ਰੋਬਲਮ ਆ, ਰੇਸ, ਵੈਰੀ ਰੇਸਿਸਟ ਸੋਸਾਇਟੀ ਜਿਹੜੀ ਇੰਡੀਆ ਦੀ ਸੋਸਾਇਟੀ ਆ, ਇਹ ਤਾਂ ਹਾਈਲੀ ਰੇਸਿਸਟ ਸੋਸਾਇਟੀ, ਹਾਈਲੀ ਕਲਾਸ ਸੋਸਾਇਟੀ। ਸੋ ਬਲੈਕ ਲਾਈਵ ਮੈਟਰ ਉੱਥੇ ਵੀ ਇੰਪੈਕਟ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਕਿ ਕੱਲ੍ਹ ਹੀ ਮੈਂ ਇੱਕ ਸਟੋਰੀ ਪੜ੍ਹ ਰਿਹਾ ਸੀ ਵੀ ਸਿਲੀਕਨ ਵੈਲੀ ਦੇ ਵਿੱਚ ਜਿਹੜੇ ਦਲਿਤਸ ਨੇ, ਵੀ ਜਿਹੜੇ ਇੰਜੀਨੀਅਰਸ ਨੇ, ਜਦੋਂ ਅਪਲਾਈ ਕਰਦੇ ਨੇ, ਜੇ ਉੱਥੇ ਜਿਹੜੇ ਹਾਇਰਿੰਗ ਪ੍ਰੋਸੈਸ ਵਿੱਚ ਕੋਈ ਬ੍ਰਾਹਮਣ ਹੈਗੇ ਨੇ ਜਾਂ ਹੋਰ ਹੈਗੇ ਨੇ, ਤੇ ਉਹਨਾਂ ਨੂੰ ਹਾਇਰ ਨਹੀਂ ਕੀਤਾ ਜਾਂਦਾ। ਤਾਂ ਬਹੁਤ ਵੱਡੀ ਤਰ੍ਹਾਂ ਦੀ ਇੱਕ ਸਿਲੀਕਨ ਵੈਲੀ ਤੇ ਵੀ ਉਹਨਾਂ ਨੇ ਇਹ ਸਾਰਾ ਬਲੈਕ ਲਾਈਵ ਮੈਟਰ ਦਾ ਹੀ ਕੰਮ ਆ, ਬਿਕਾਜ਼ ਹੁਣ ਜਿਹੜੇ ਉਹ ਫੋਰਸਿਸ ਅੱਗੇ ਨਹੀਂ ਸੁਣਦੇ ਸੀ, ਜਿਹੜੇ ਡਾਊਨ ਕੀਤੇ ਸੀ ਤੇ ਜਿਹਨਾਂ ਨੂੰ ਉੱਠਣ ਨਹੀਂ ਦਿੰਦੇ ਸੀ, ਜਾਂ ਜੌਬਸ ਜਾਂ ਹੋਰ ਜਿਹੜੇ ਹੱਕ ਆ ਜੋ ਲੈਣ ਨਹੀਂ ਦਿੰਦੇ ਸੀ, ਉਹ ਬਲੈਕ ਲਾਈਵ ਮੈਟਰ ਦੇ ਨਾਲ ਹੁਣ ਉਹ ਉੱਚੀ ਤਰ੍ਹਾਂ ਬੋਲਦੇ ਆ, ਕਹਿੰਦੇ ਜੇ ਸਾਡੀ ਨਹੀਂ ਤੁਸੀਂ ਆ ਬਲੈਕ ਲਾਈਵ ਮੈਟਰ ਤੇ ਆ ਵੀ ਬਲੈਕ ਲਾਈਵ ਮੈਟਰ ਆ ਵੀ ਬਲੈਕ। ਸੋ ਇਹ ਬਹੁਤ ਇੱਕ ਤਰ੍ਹਾਂ ਦੀ ਇਕੁਆਲਿਟੀ ਮੂਵਮੈਂਟ ਲਈ ਬਹੁਤ ਪਾਵਰਫੁਲ ਮੂਵਮੈਂਟ ਵਰਲਡ ਵਾਈਡ
ਆ। ਹੁਣ ਜਿੱਥੇ ਵੀ ਕੋਈ ਇਨਸੀਡੈਂਟ ਦਾ ਹੁੰਦਾ ਆ, ਪਹਿਲਾ ਚੱਕਰ ਵੀ ਉਹ ਬਲੈਕ ਲਾਈਵ ਮੈਟਰ ਦੇ ਥੱਲੇ ਆਊਗਾ। ਸੋ ਯੈਸ, ਇੰਪੈਕਟ ਬਹੁਤ ਚੀਜ਼ਾਂ ਦਾ ਹਾਈ ਆ ਕੈਨੇਡਾ, ਵਰਲਡ ਵਾਈਡ। ਯਾਦਵਿੰਦਰ ਸਿੰਘ ਜੀ, ਹੁਣ ਕੀ ਲੱਗਦਾ, ਤੁਸੀਂ ਇੱਥੇ ਨਿਊਯਾਰਕ ਦੇ ਵਿੱਚ ਬੈਠੇ ਹੋ, ਆਲੇ ਦੁਆਲੇ ਕੀ ਗੱਲਾਂ ਹੁੰਦੀਆਂ ਜਾਂ ਕੀ ਗੱਲਬਾਤ ਹੈ ਵੀ ਸੁੱਖ ਸਵੀਲੀ ਲੰਘ ਜੂਗਾ, ਜਾਂ ਜਿਹੜੀ 16 ਤੋਂ 20 ਤੱਕ ਦੀ ਚੇਤਾਵਨੀ FBI ਦੀ, ਕਿੰਨੇ ਕੁ ਚਾਂਸਸ ਲੱਗਦੇ ਉਹਦੇ? ਮੇਰਾ ਖਿਆਲ ਨਹੀਂ ਜੀ, ਦੇਖੋ ਜਿਹੜੇ ਇਸ ਕਿਸਮ ਦੇ ਬਾਰਬੇਰੀਅਨ ਐਟੀਟਿਊਡ ਆ ਨਾ ਲੋਕਾਂ ਦਾ, ਇਹ ਮੌਬ ਮੈਂਟੈਲਿਟੀ ਆ, ਇਹ ਲੋਕ ਜਦੋਂ ਅੱਗੋਂ ਦੇਖਦੇ ਵੀ ਛਿੱਤਰ ਪੈਣੇ ਆ, ਫਿਰ they don't do anything. So I don't see anything, ਕਿਉਂਕਿ ਉਹਨਾਂ ਨੇ ਹੁਣ ਪ੍ਰਬੰਧ ਵਗੈਰਾ ਕਰ ਲਏ ਆ। I don't think they will come out of their homes. ਪਰ ਜਿਹੜੀ ਅੰਡਰਲਾਈਂਗ ਇਸ਼ੂਜ਼ ਨੇ ਇਸ ਕੰਟਰੀ ਦੇ ਵਿੱਚ, ਇੱਕ ਜਿਹੜੀ ਇਹੋ ਜਿਹੀਆਂ ਫੋਰਸਿਸ ਨੇ ਜਿਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਮੌਕਾ ਨਹੀਂ ਸੀ ਮਿਲਿਆ ਆਪਣੇ ਆਪ ਨੂੰ ਅਸਰਟ ਕਰਨ ਦਾ, ਉਹਨਾਂ ਨੂੰ ਜਿਹੜਾ ਮਿਸਟਰ ਟਰੰਪ ਆ ਔਰ ਜਿਹੜੇ ਉਹਦੇ ਸਾਥੀ ਨੇ, ਉਹਨਾਂ ਨੇ ਹਵਾ ਦਿੱਤੀ ਆ ਬਹੁਤ ਜ਼ਿਆਦਾ। ਔਰ ਇਟਸ ਗੋਇੰ ਟੂ ਬੀ ਪ੍ਰੋਬਲਮ ਫॉर ਟਾਈਮ ਟੂ ਕਮ, ਕਿਉਂਕਿ ਦੇਖੋ ਜਿਹੜੀਆਂ ਨੈਸ਼ਨਲਿਸਟਿਕ ਅਪਰੋਚ ਆ ਉਹ ਇੱਥੋਂ US ਤੋਂ ਹੀ ਸ਼ੁਰੂ ਹੋਈ ਆ, ਔਰ ਦੇਖੋ ਉਹਦਾ ਇੰਪੈਕਟ ਹੈ ਜਿਹੜਾ ਵਰਲਡ ਵਾਈਡ ਕਿੰਨਾ ਹੋਇਆ ਹੈ। ਉਹ ਭਾਵੇਂ ਇੰਗਲੈਂਡ ਆ, ਭਾਵੇਂ ਉਹ ਆਪਣਾ ਫਰਾਂਸ ਆ, ਜਾਂ ਇਵਨ ਇੰਡੀਆ ਦੇ ਵਿੱਚ ਵੀ ਆ ਨਾ। ਸੋ ਜਿਹੜੀ ਇਹ ਅਪਰੋਚ ਆ, ਨੈਸ਼ਨਲਿਸਟਿਕ ਅਪਰੋਚ ਆ, ਜਿਹੜੀ ਇਹ ਕਾਈਂਡ ਆਫ ਜਿਹੜੀਆਂ ਜੜ੍ਹਾਂ ਫੈਸਿਜ਼ਮ ਦੇ ਵਿੱਚ ਨੇ, ਮੇਰਾ ਖਿਆਲ 'ਚ ਉਹ ਇੱਕ ਫੋਰਸ ਆਉਣ ਵਾਲੇ ਸਮੇਂ ਦੇ ਵਿੱਚ ਹੈ ਜਿਹੜੀ ਉਹ, ਜਿਸ ਲੀਡਰ ਚੰਗੇ ਆ ਗਏ, ਜਿਵੇਂ ਆਈ ਹੋਪ ਜਿਹੜਾ ਬਾਈਡਨ ਆ, ਹੀ ਵਿਲ ਐਡਰੈਸ ਇਟ ਬਿਕਾਜ਼ ਹੀ ਇਜ਼ ਫਰਮ ਡਿਫਰੈਂਟ ਬੈਕਗਰਾਊਂਡ। ਪਰ ਇਟਸ ਅ ਸਿਸਟੈਮਿਕ ਪ੍ਰੋਬਲਮ, ਜਿਹੜੀ ਰੇਸਿਜ਼ਮ ਹੈ ਨਾ, ਇਟਸ ਅ ਸਿਸਟੈਮਿਕ ਪ੍ਰੋਬਲਮ ਇਨ US, ਇਟਸ ਅ ਸਿਸਟੈਮਿਕ ਪ੍ਰੋਬਲਮ ਇਨ ਇੰਡੀਆ ਜਿਹੜੀ। ਔਰ ਇਹਦਾ ਜਿਹੜਾ ਹੱਲ ਆ, ਉਹ ਜਿਹੜੀਆਂ ਬਲੈਕ ਲਾਈਫ ਮੈਟਰ ਵਰਗੀਆਂ ਮੂਵਮੈਂਟਸ ਨੇ ਉਹਨਾਂ ਦੇ ਵਿੱਚ ਆ, ਜਿਹੜੀ ਫਾਰਮਰਸ ਮੂਵਮੈਂਟ ਆ, ਉਹ ਇਹਨਾਂ ਗੱਲਾਂ ਦਾ ਜਵਾਬ ਆ, ਤਾਂ ਕਿ ਜਿਹੜੇ ਇਹਨਾਂ ਲੋਕਾਂ ਨੂੰ, these people need to be shook from the bottom, ਕਿਉਂਕਿ ਇਹ ਲੋਕ ਵੱਖਰੀ ਦੁਨੀਆ 'ਚ ਰਹਿੰਦੇ ਨੇ, they feel they are privileged by God or something, ਵੀ ਉਹਨਾਂ ਨੂੰ ਕੁਦਰਤ ਨੇ ਬਣਾ ਕੇ ਭੇਜਿਆ ਆ, ਤੇ they supposed to behave and do things like what they're doing, but they are not. So they need, ਜਿਹੜੀਆਂ ਮੂਵਮੈਂਟਸ ਹੁੰਦੀਆਂ ਨੇ, ਇੱਦਾਂ ਦੀਆਂ ਪਾਵਰਫੁਲ ਮੂਵਮੈਂਟਸ ਨੇ, they will change the society, they will change the overall ਜਿਹੜੀ ਫੈਬਰਿਕ ਆਫ ਸੋਸਾਇਟੀ, ਤਾਂ ਕਿ ਜਿਹੜੇ ਲੋਕ ਨੇ, ਜਿਹੜੇ ਵਿਚਾਰੇ ਗਰੀਬ ਲੋਕ ਨੇ, ਜਾਂ ਕਿਸੇ ਰੇਸਿਜ਼ਮ ਦੇ ਅੰਡਰ ਜਿਹੜੇ ਸਫਰ ਕਰ ਰਹੇ ਲੋਕ, ਉਹਨਾਂ ਨੂੰ ਜਿਹੜੀ ਇਸ ਕਿਸਮ ਦੀ ਜਿਹੜੀ ਜਹਿਨੀਤੀ ਆ, ਇਸ ਕਿਸਮ ਦੀ ਜਿਹੜਾ ਬਿਹੇਵੀਅਰ, ਉਹਦੇ ਤੋਂ ਨਿਜਾਤ ਮਿਲ ਸਕੇ। ਸੋ ਦੁਨੀਆ ਦੇ ਵਿੱਚ ਜਿਹੜੇ ਉਥਲ ਪੁਥਲ ਹੋਣ ਦੇ ਬਹੁਤ ਚਾਂਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ, ਕਿਉਂਕਿ ਜਿਹੜਾ ਇਹ ਇੱਕ ਨਵਾਂ, ਇਹ ਸੁੱਤਾ ਪਿਆ, ਇੱਕ ਸੁੱਤਾ ਨਹੀਂ, ਇਹ ਮਤਲਬ ਸਨੱਬ ਕੀਤਾ ਹੋਇਆ ਸੱਪ ਸੀਗਾ, ਇੱਕ ਉੱਠਿਆ ਹੁਣ ਦੁਬਾਰਾ, ਔਰ ਟਰੰਪ ਨੇ ਉਹਨੂੰ ਪਾਲਿਆ ਆ ਪਿਛਲੇ 4 ਸਾਲ। ਉਹਨੇ ਬਹੁਤ ਸਾਰੇ ਇੱਥੇ ਇਹੋ ਜਿਹੇ ਕੰਮ ਕੀਤੇ ਨੇ, ਇਹੋ ਜਿਹੀਆਂ ਗੱਲਾਂ ਕੀਤੀਆਂ ਨੇ, ਜਿਨ੍ਹਾਂ ਨੂੰ ਬਹੁਤ ਸਾਰੇ ਜਿਹੜੇ ਵਾਈਟਸ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡਾ ਰਾਈਟ ਆ, ਪਰ ਐਕਚੁਅਲੀ ਉਹ ਰਾਈਟ ਨਹੀਂ ਹੈ, ਵਾਸ ਡਿਸਕ੍ਰਿਮੀਨੇਸ਼ਨ that they born with their mindset, they born with their culture, and they feel comfortable with it. And I think ਜਿਹੜੀ Black Lives Matter, it shook the society over here. I know ਕਿ ਜਦੋਂ ਇੱਥੇ Black Lives Matter protest ਹੋਏ ਨੇ, ਜਿਹੜੀ ਨਵੀਂ ਜਨਰੇਸ਼ਨ ਆ ਗੋਰਿਆਂ ਦੀ, ਉਹ they all came out on their own and they supported ਜਿਹੜੇ Black Lives Matter protest. Even ਜਿਹੜੇ ਟਾਊਨ 'ਚ ਮੈਂ ਰਹਿੰਦਾ ਆ, ਉੱਥੇ ਸਾਰੇ 2 ਪਰਿਵਾਰ ਰਹਿੰਦੇ ਆ, ਜਿਹੜੇ ਨੌਨ ਵਾਈਟ ਨੇ, ਬਾਕੀ ਏਸ਼ੀਅਨ ਨੇ ਕੁਛ, ਪਰ there were like 10,000 people ਰਹਿੰਦੇ ਨੇ ਟੋਟਲ, ਉਹਦੇ ਵਿੱਚੋਂ 5,000 ਲੋਕ ਜਿਹੜੇ ਸੀਗੇ ਉਹ ਬਾਹਰ ਆਏ, ਤੇ ਉਹਨਾਂ ਨੇ supported that movement. This is how much impact that movement has for next generation, that maybe 20 years from now, hopefully the people who witness this Black Lives Matter protests and the atrocities that happen to them, maybe their minds are changed. So I'm hopeful, I'm optimistic that the society will change in positive direction ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੀਆਂ ਇਸ ਕਿਸਮ ਦੀਆਂ ਮੂਵਮੈਂਟਸ ਨੇ, they have played a big role. ਪੌਲ ਜੀ, ਆਖਰ ਦੇ ਵਿੱਚ ਕੀ ਕਹਿੰਦੇ ਹੋ ਇਸ ਸਾਰੇ ਅਮਰੀਕਾ ਦੇ ਵਿੱਚ ਜੋ ਕੁਝ ਹੋਇਆ ਤੇ ਜੋ ਕੁਝ 20 ਤਰੀਕ ਤੱਕ ਹੋਣ ਜਾ ਰਿਹਾ, ਕੋਈ ਤੁਹਾਡੀ ਫਾਈਂਡਿੰਗ, ਆਬਜ਼ਰਵੇਸ਼ਨ? ਮੇਰੇ ਖਿਆਲ ਜਿਸ ਤਰ੍ਹਾਂ ਯਾਰ ਵੀ, ਮੇਰੇ ਖਿਆਲ ਵੀ ਇਹ ਪ੍ਰੋਟੈਸਟ ਜਿਹੜੇ ਹੋਣਗੇ ਪੀਸਫੁਲ ਜੇ ਰਹਿਣਗੇ, ਉਹ ਡੈਮੋਨਸਟ੍ਰੇਸ਼ਨ ਹੋਣਗੇ, ਮੇਰੇ ਖਿਆਲ ਨਹੀਂ ਵੀ ਕੋਈ ਆਊਟ ਆਫ ਦਾ ਲਾਈਨ ਕੋਈ ਆਰਗੇਨਾਈਜ਼ ਕਰੂਗੀ। ਤੇ ਕਿਉਂਕਿ ਟਰੰਪ ਨੂੰ ਵੀ ਪਤਾ ਹੈ, ਬਿਕਾਜ਼ ਉਹ ਬਹੁਤ ਐਜ ਤੇ ਬੈਠਾ ਵੀ, ਉਹਨੂੰ ਸਾਰੇ ਉਹਦੀ ਪਾਰਟੀ ਵਾਲੇ ਵੀ ਕੱਢਣ ਨੂੰ ਫਿਰਦੇ ਆ ਕਿ ਹੋਰ ਜੇ ਮੈਂ ਉਹਨਾਂ ਨੂੰ ਦੇ ਰਿਹਾ ਵਾਂ ਰੀਜ਼ਨ
ਫਾਇਰ ਕਰਨ ਦੀ ਤੇ ਉਹ ਡੈਫੀਨਿਟਲੀ ਇੰਪੀਚ ਹੋਊਗਾ। ਤੇ ਆਈ ਥਿੰਕ ਵੀ ਰਿਲੇਟਿਵਲੀ ਸਕਸੈਸਫੁਲ ਇਨੋਗ੍ਰੇਸ਼ਨ ਹੋਊਗੀ। ਤਾਂ ਪਤਾ ਵੀ ਹੁਣ ਕੋਵਿਡ ਕਰਕੇ ਇਨੋਗ੍ਰੇਸ਼ਨ ਉਸ ਲੈਵਲ ਦੀ ਤਾਂ ਹੋਣੀ ਨਹੀਂ ਜਿਹੜੀ ਈਵਨ ਟਰੰਪ ਦੀ ਹੋਈ ਸੀ। ਟਰੰਪ ਕਹਿੰਦਾ ਮੇਰੇ ਬਹੁਤ ਆਏ ਈਵਨ ਦੋ ਆਬਾਮਾ ਨਾਲੋਂ ਘੱਟ ਬੰਦੇ। ਸੋ ਆਈ ਥਿੰਕ ਵੀ ਉਹ ਸਾਰਾ ਜਿਹੜਾ ਕਿ ਆ ਵੀ ਹੁਣ ਜਿਹੜੀ ਉਹ ਇੱਕ ਫਿਜ਼ੀਕਲ ਸਿੰਬੋਲਿਕ ਟਰਨਓਵਰ ਪਾਵਰ ਇੱਕ ਟਰੰਪ ਤੋਂ ਬਾਈਡਨ ਦੀ ਹੋਣੀ ਆ ਉਹ ਅਮਰੀਕਾ ਸੈਲੀਬ੍ਰੇਟ ਕਰੂਗਾ। ਆਈ ਥਿੰਕ ਅਮਰੀਕਾ ਕੋਸ਼ਿਸ਼ ਕਰੇਗਾ ਵੀ ਜਿਹੜੀ BLM ਤੇ ਹੋਰ ਪੋਜ਼ਿਟਿਵ ਥਿੰਗਸ ਹੈ ਵੀ ਉਹ ਦੁਹਰਾਈਏ ਤੇ ਜਿਹੜੀ ਸੋਸਾਇਟੀ ਦੇ ਲੋਕ ਜਿਹੜੀ ਪੋਲਰਾਈਜੇਸ਼ਨ ਉਹਨੂੰ ਥੋੜੀ ਘੱਟ ਕਰ। ਆਬਵੀਅਸਲੀ ਉਹਨਾਂ ਦਾ ਜਿਹੜਾ ਐਲੀਮੈਂਟ ਰਾਈਟ ਵਿੰਗ ਦਾ ਹੈਗਾ ਐਕਸਟ੍ਰੀਮਿਸਟ ਦਾ ਹੈਗਾ ਉਹ ਵੀ ਉੱਥੇ ਰਹੂਗਾ। ਜਾਣ ਵਾਲਾ ਉਹ ਟਰੰਪ ਵਾਂਗੂ ਇੱਕ ਤਰ੍ਹਾਂ ਦਾ ਜਿੰਨਾ ਸਮਝਾ ਲਓ ਵੀ ਉਹਨਾਂ ਹੀ ਵੀ ਐਵੇਂ ਆਪਣੇ ਆਪ ਨੂੰ ਟਾਈਮ ਵੇਸਟ ਕਰਨ ਦਾ ਵੀ ਪੜਾਸ ਕਰਨ ਦਾ ਕੋਈ ਉਹਦਾ ਫਾਇਦਾ ਨਹੀਂ ਕਿਉਂਕਿ ਉਹ ਸੁਣਦੇ ਹੀ ਨਹੀਂ ਗੇ। ਉਹਨਾਂ ਦੀ ਕੋਈ ਰੀਜ਼ਨ ਹੀ ਨਹੀਂ ਹੈਗੀ। ਤੇ ਇਸ ਕਰਕੇ ਮੇਰੇ ਖਿਆਲ ਵੀ ਅਮਰੀਕਾ ਨੇ ਆਹ ਜਿਹੜੀ ਇਨੋਗ੍ਰੇਸ਼ਨ ਆ ਇਹ ਇੱਕ ਤਰ੍ਹਾਂ ਦਾ ਨਿਊ ਸਟੈਪ ਫੋਰਵਰਡ ਇੰਕਲੂਡਿੰਗ ਬਲੈਕ ਲਾਈਵ ਮੈਟਰ ਸਭ ਕੁਛ ਵੀ ਗਾਂ ਜਾਣਾ ਕਰਕੇ ਹੁਣ ਬਾਈਡਨ ਤੇ ਹੈਰਿਸ ਵੀ ਜਿਹੜੇ ਬੰਦਿਆਂ ਨੂੰ ਜਿਤਾਇਆ ਫਿਲਾਸਫੀ ਅਮਰੀਕਾ ਨੂੰ ਖਰਾਬ ਕਰਦੀ ਆ ਰਹੀ ਆ। ਜਿਹੜੀ ਇੰਸਟੀਟਿਊਸ਼ਨਲ ਫਿਲਾਸਫੀ ਜਿਸ ਤਰ੍ਹਾਂ ਕਿ ਜਿਹੜਾ ਇਹਨਾਂ ਦਾ ਸਟੇਟ ਦਾ ਵੋਟਿੰਗ ਸਿਸਟਮ ਜਿਹੜੇ ਉਹ ਜਿਹੜੇ ਵੋਟ ਦੇ ਪੈਕੇਜ ਸਟੇਟ ਤੋਂ ਕਰਦੇ ਸਾਰੀਆਂ ਚੀਜ਼ਾਂ ਇਹਨਾਂ ਨੂੰ ਦੁਬਾਰਾ ਰੀਥਿੰਕ ਕਰਨੀਆਂ ਪੈਣੀਆਂ ਵੀ ਹੋਪਫੁਲੀ ਸਮ ਚੀਜ਼ਾਂ ਜੇ ਚੇਂਜ ਕਰ ਸਕਦੇ ਵੀ ਉਹ ਚੇਂਜ ਕਰਨ ਜਿਹਦੇ ਨਾਲ ਵੀ ਉਹ ਜਿਹੜੀ ਪੋਲਰ ਘਟੇ। ਕਈ ਚੀਜ਼ਾਂ ਹੈਗੀਆਂ ਕਿ ਇਹਨਾਂ ਨੂੰ ਚੇਂਜ ਕਰਨੀਆਂ ਪੈਣੀਆਂ ਜਿਹਦੇ ਨਾਲ ਵੀ ਅਮਰੀਕਾ ਨੈਕਸਟ ਸੈਂਚੁਰੀ ਅਗਲੇ ਨੈਕਸਟ ਲੈਵਲ ਤੇ ਆਵੇ ਵੀ ਇਹ ਇੱਕ ਤਰ੍ਹਾਂ ਦਾ ਪੈਂਡੈਮਿਕ ਪ੍ਰੀ ਪੈਂਡੈਮਿਕ ਵਰਲਡ ਹੈਗਾ ਤੇ ਹੁਣ ਪੋਸਟ ਪੈਂਡੈਮਿਕ ਵਰਲਡ ਸ਼ੁਰੂ ਹੋਣਾ। ਪੋਸਟ ਅਮਰੀਕਾ ਇੱਕ ਨਵੇਂ ਤੌਰ ਤੇ ਨਵੇਂ ਡਿਜ਼ਾਈਨ ਤੇ ਮੇਰੇ ਜਿਹੜਾ ਕਿ ਬਾਈਡਨ ਤੇ ਹੈਰਿਸ ਕੋਸ਼ਿਸ਼ ਕਰ ਕਿਉਂਕਿ ਬਹੁਤ ਵੱਡਾ ਪਰ ਐਟਲੀਸਟ ਜੋ ਓਬਾਮਾ ਨੇ ਨਹੀਂ ਕੀਤਾ ਉਹਦੇ 8 ਸਾਲਾਂ 'ਚ ਇਹਨਾਂ ਨੂੰ ਕਰਨਾ ਪੈਣਾ। ਜੀ ਯਾਦਵਿੰਦਰ ਸਿੰਘ ਜੀ ਆਖਰ ਦੇ ਵਿੱਚ ਤੁਹਾਡੀ ਕੋਈ ਟਿੱਪਣੀ ਜੀ। ਬਸ ਜੀ ਮੈਂ ਤਾਂ ਇਹੀ ਕਹੂੰਗਾ ਕਿ ਜਿਹੜੀ ਫਰਮ ਆਵਰ ਕਮਿਊਨਿਟੀ ਪਰਸਪੈਕਟਿਵ ਵੀ ਸ਼ੁੱਡ ਪਾਰਟਿਸਿਪੇਟ ਭਾਵੇਂ ਕੈਨੇਡਾ 'ਚ ਨੇ ਭਾਵੇਂ ਇੱਥੇ ਵੀ ਨੇ। ਦੇਖੋ ਜਿਹੜੀ ਇਹ ਨੈਸ਼ਨਲਿਸਟਿਕ ਜਿਹੜੀਆਂ ਮੂਵਮੈਂਟਸ ਨੇ ਇਹ ਸਾਡੇ ਵਰਗੇ ਲੋਕਾਂ ਲਈ ਬਹੁਤ ਖਤਰੇ ਦੀ ਘੰਟੀ ਨੇ ਆਉਣ ਵਾਲੇ ਸਮੇਂ ਦੇ ਵਿੱਚ। ਸਾਨੂੰ ਤਾਂ ਚਲੋ ਆਈਡੀਓਲੋਜੀਕਲੀ ਵੀ ਬੀਇੰਗ ਸਿੱਖ ਸਾਨੂੰ ਇਹ ਗੱਲ ਸੂਟ ਨਹੀਂ ਕਰਦੀ। ਵੀ ਸ਼ੁੱਡ ਸਟੈਂਡ ਅਗੇਂਸਟ ਇਟ। ਔਰ ਸਾਨੂੰ ਜਿਹੜੀਆਂ ਫੋਰਸਿਸ ਨੇ ਜਿਹੜੀਆਂ ਕਿ ਜਿਹੜੀਆਂ ਸਰਬੱਤ ਦੇ ਭਲੇ ਵਾਲੀਆਂ ਫੋਰਸਿਸ ਨੇ ਸਾਨੂੰ ਉਹਨਾਂ ਦੇ ਨਾਲ ਲੱਗ ਕੇ ਔਰ ਜਿਹੜੀਆਂ ਇਸ ਕਿਸਮ ਦੀਆਂ ਜਿਹੜੀਆਂ ਇੰਟੈਂਸ਼ਨਸ ਨੇ ਜਾਂ ਇਸ ਕਿਸਮ ਦੇ ਜਿਹੜੇ ਲੋਕ ਨੇ ਸਾਨੂੰ ਉਹਨਾਂ ਦੇ ਖਿਲਾਫ ਖੜਨਾ ਚਾਹੀਦਾ ਆ। ਔਰ ਜਿਹੜੇ ਲੋਕ ਸਰਬੱਤ ਦੇ ਭਲੇ ਮੁਤਾਬਕ ਜਿਹੜੇ ਲੋਕਾਂ ਦੇ ਰਾਈਟਸ ਲਈ ਜਿਹੜੇ ਖੜਦੇ ਨੇ ਜਾਂ ਉਹਦੇ ਵਿੱਚ ਆਪਣੀ ਜਿਹੜੀ ਪਾਰਟੀਸਪੇਸ਼ਨ ਆ ਉਹ ਵਧਾਉਣੀ ਚਾਹੀਦੀ ਆ। ਸਾਡਾ ਇਹ ਮੇਰੇ ਸਮਝਦਾ ਹੈ ਕਿ ਸਾਡੀ ਇਹ ਕੰਟਰੀਬਿਊਸ਼ਨ ਹੋਊਗੀ ਵਧੀਆ ਸੁਸਾਇਟੀ ਸਿਰਜਣ ਲਈ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਉਹ ਕੈਨੇਡਾ ਆ ਭਾਵੇਂ ਅਮਰੀਕਾ ਆ ਭਾਵੇਂ ਇੰਡੀਆ। ਸੋ ਮੇਰੀ ਤਾਂ ਇਹੀ ਹੈ ਜੀ ਇੱਕ ਵਿਸ਼ ਹੀ ਹੈ ਕਹਿ ਸਕਦਾ ਜੀ। ਯਾਦਵਿੰਦਰ ਸਿੰਘ ਜੀ ਆਰਪਾਲ ਢਿੱਲੋਂ ਜੀ ਤੁਸੀਂ ਅੱਜ ਸਮਾਂ ਕੱਢਿਆ ਸਾਡੀ ਬੇਨਤੀ ਦੇ ਉੱਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮੱਚ। ਥੈਂਕ ਯੂ। ਹਾਂਜੀ ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਦੋਸਤੋ ਅਸੀਂ ਗੱਲਬਾਤ ਕੀਤੀ ਆ ਪਾਲ ਢਿੱਲੋਂ ਹੋਣਾ ਨਾਲ ਯਾਦਵਿੰਦਰ ਸਿੰਘ ਹੋਣਾ ਨਾਲ। ਮਸਲਾ ਲਗਭਗ ਕਲੀਅਰ ਆ ਕਿ ਹਰ ਇੱਕ ਸਧਾਰਨ ਬੰਦਾ ਚਾਹੁੰਦਾ ਆ ਸਾਰਾ ਕੁਝ ਠੀਕ ਠਾਕ ਇਹ ਨਿਬੜ ਜਾਵੇ। ਸੋ ਇਹਦੇ ਵਿੱਚ ਬਹੁਤ ਸਾਰੀਆਂ ਸੰਵਿਧਾਨਕ ਅੜਚਣਾਂ ਵੀ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਰਦਾ। ਪਰ ਜਦੋਂ ਵੀ ਸੈਨੇਟ ਇਹਦੇ ਤੋਂ ਬਾਅਦ ਬੈਠਦੀ ਆ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ। ਪਰ 16 ਤੋਂ 20 ਤਰੀਕ ਦਾ ਜਿਹੜਾ ਖਤਰਾ ਇੱਕ ਦੱਸਿਆ ਜਾ ਰਿਹਾ ਉਹ ਲੰਘ ਜਾਵੇ। 20 ਤਰੀਕ ਨੂੰ ਰਾਸ਼ਟਰਪਤੀ ਸਹੁੰ ਚੁੱਕ ਲੈਣ ਸਾਰਾ ਕੁਝ ਠੀਕ ਠਾਕ ਹੋ ਜਾਵੇ ਕਿਉਂਕਿ ਅਮਰੀਕਾ ਇਕੱਲਾ ਇੱਕ ਦੇਸ਼ ਨਹੀਂ ਆ ਇਹ ਦੁਨੀਆ ਦਾ ਪ੍ਰਧਾਨ ਵੀ ਆ। ਦੁਨੀਆ ਇਸ ਦੇਸ਼ ਵੱਲੋਂ ਦੇਖਦੀ ਵੀ ਆ ਇਹ ਤੋਂ ਸੇਧ ਵੀ ਲੈਂਦੀ ਆ ਅਤੇ ਇਹਦੇ ਉੱਚ ਹੋਣ ਵਾਲੀ ਇੱਕ ਵੀ ਐਕਟੀਵਿਟੀ ਦਾ ਪੂਰੀ ਦੁਨੀਆ 'ਤੇ ਅਸਰ ਪੈਂਦਾ। ਅਸੀਂ ਕੈਨੇਡਾ ਛੋਟਾ ਜਿਹਾ ਮੁਲਕ ਆਬਾਦੀ ਪੱਖੋਂ ਇਹਦੇ ਨਾਲ ਆ ਬਹੁਤ ਕੁਝ ਸਾਡਾ ਅਮਰੀਕਾ ਦੇ ਨਾਲ ਜੁੜਿਆ ਡਿਪੈਂਡ ਕਰਦਾ। ਸੋ ਜੇ ਅਮਰੀਕਾ ਦੇ ਵਿੱਚ ਸਾਰਾ ਕੁਝ ਠੀਕ ਠਾਕ ਆ ਤਾਂ ਉਸ ਪਾਸਿਓਂ ਸੁੱਖ ਦਾ ਸਾਹ ਕੈਨੇਡਾ ਨੂੰ ਆਊਗਾ। ਕੈਨੇਡਾ ਵਿੱਚ ਵੀ ਬਹੁਤ ਕੁਝ ਚੰਗਾ ਹੋਣ ਦੀ ਉਹਦੇ ਨਾਲ ਆਸ ਵੱਝਦੀ ਔਰ ਸਾਡੀ ਸਾਰਿਆਂ ਦੀ ਇਹੀ ਇਸ ਵੇਲੇ ਇੱਛਾ ਅਤੇ ਅਰਦਾਸ ਆ ਕਿ ਇਹ ਸਾਰਾ ਕੁਝ ਨਵੇਂ ਰਾਸ਼ਟਰਪਤੀ ਉਹਨਾਂ ਦੇ ਠੀਕ ਠਾਕ ਸੁੱਖ ਸਵੇਲੀ ਸਹੁੰ ਚੁੱਕ ਲੈਣ ਅਤੇ ਅਮਰੀਕਾ ਫਿਰ ਆਪਣੇ ਪਹਿਲੇ ਰੰਗ ਦੇ ਵਿੱਚ ਇੱਕ ਵਾਰੀ ਆਵੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ।
ਸੋਮਵਾਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।